वचन शुरू ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਕਿ ਜਦੋਂ ਮੈਂ ਮਸੀਹ ਯਿਸੂ ਮਸੀਹ ਜੀ ਦਾ ਨਾਮ ਸੁਣਿਆ, ਮੈਂ ਤੁਹਾਡੇ ਨਾਲ ਆਪਣੀ ਟੈਸਟਮਨੀ ਸ਼ੇਅਰ ਕੀਤੀ ਸੀ ਪਿਛਲੀ ਵਾਰ ਕਿ ਮੈਂ ਦੁੱਖਾਂ ਤਕਲੀਫਾਂ ਚੋਂ ਬਹੁਤ ਨਿਕਲ ਰਹੀ ਸੀ। ਮੈਨੂੰ ਪਤਾ ਨਹੀਂ ਸੀ ਕਿ I was demon possessed. As I shared my testimony earlier in the last sermon, I told you that I was a demon possessed before. ਤੇ ਵੈਸੇ ਵੀ ਮੈਂ ਬਹੁਤ ਬਿਮਾਰੀਆਂ ਚੋਂ ਨਿਕਲ ਰਹੀ ਸੀ ਤਾਂ ਮੈਨੂੰ ਕਿਸੇ ਨੇ ਕਿਹਾ ਸੀ ਕਿ ਚਰਚ ਜਾਓ, ਯਿਸੂ ਮਸੀਹ ਜੀ ਦੇ ਨਾਮ ਵਿੱਚ ਦੁਆ ਕਰਾਓ ਤੇ ਮੈਂ ਕਿਹਾ ਚਲੋ ਆਪਾਂ ਉੱਥੇ ਵੀ ਜਾ ਆਉਂਦੇ ਹਾਂ। And I was suffering from sicknesses and problems, and someone told me that go to the church and get prayers. ਜਦੋਂ ਮੈਂ ਚਰਚ ਵਿੱਚ ਪੈਰ ਰੱਖਿਆ, ਮੈਂ ਮਹਿਸੂਸ ਕੀਤਾ ਕਿ ਇੱਕ ਵੱਖਰੀ ਜੀ ਹਜ਼ੂਰੀ ਸੀ ਤੇ ਇਹ ਹਜ਼ੂਰੀ ਦਾ ਮਤਲਬ ਮੈਨੂੰ ਸਮਝ ਨਹੀਂ ਸੀ ਲੱਗ ਰਿਹਾ ਕਿ ਇਹ ਵੀ ਹੈ ਕੀ, ਕਿਉਂਕਿ ਆਪਾਂ ਜਿੱਥੋਂ ਪਿੱਛੋਂ ਆਏ ਹਾਂ ਆਪਾਂ ਨੂੰ ਹਜ਼ੂਰੀ ਮਹਿਸੂਸ ਹੋਣਾ ਜਾਂ ਕੁਛ ਇਹ ਹੋਣਾ, ਆਪਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਸੀ। And when I put the first step into the church, I could not understand what is the just different kind of presence I'm feeling. Because where I'm coming from, it is very different. There we couldn't feel anything. ਪਰ ਜਦੋਂ ਮੈਂ ਵਚਨ ਨੂੰ ਸੁਣਿਆ, ਮੇਰੇ ਮਨ ਵਿੱਚ ਸ਼ਾਂਤੀ ਜਿਹੀ ਮਿਲੀ। But when I heard the word of God, I felt the peace in my mind. ਤੇ ਜਦੋਂ ਮੇਰੇ ਤੇ ਉਸ ਤੋਂ ਬਾਅਦ ਦੁਆ ਹੋਈ ਤਾਂ ਮੈਂ ਮਹਿਸੂਸ ਕੀਤਾ ਕਿ ਇੱਕਦਮ ਕੋਈ ਚਾਨਣ ਆ ਕੇ ਡਿੱਗਿਆ ਮੇਰੇ ਉੱਤੇ। ਉਹ ਦਿਨ ਮੈਂ ਅੱਜ ਤੱਕ ਮੇਰੇ ਦਿਮਾਗ 'ਚੋਂ ਕਦੇ ਨਹੀਂ ਨਿਕਲੂਗਾ, ਉਹ ਛਪ ਚੁੱਕਿਆ। And when I received the prayer, I saw that there was a light on me, and it is still in my heart. It is dwells in me right now. ਸੋ ਉਹ ਜਦੋਂ ਚਾਨਣ ਮੇਰੇ ਤੇ ਆਇਆ ਤਾਂ ਇੱਕਦਮ ਮੈਂ ਮਹਿਸੂਸ ਕੀਤਾ ਕਿ ਮੇਰੇ 'ਚੋਂ ਕੋਈ ਚੀਜ਼ ਬਾਹਰ ਨਿਕਲ ਰਹੀ ਹੈ, ਮੈਨੂੰ ਮਹਿਸੂਸ ਹੋਇਆ। And when I received that light, I felt that something is casting out of me. ਸੋ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਮੈਨੂੰ ਪਰਮੇਸ਼ਰ ਨੇ ਛੂਇਆ, ਵਚਨ ਨੂੰ ਸੁਣਿਆ ਤੇ ਉਸ ਤੋਂ ਬਾਅਦ ਮੈਨੂੰ ਇੱਦਾਂ ਪਤਾ ਲੱਗ ਗਿਆ ਕਿ ਇੱਥੇ ਹੀ ਹੈ ਜਿੱਥੇ ਛੁਟਕਾਰਾ ਹੈ, ਇੱਥੇ ਹੀ ਹੈ। ਤੇ ਮੈਂ ਪਾਸਟਰ ਜੀ ਨੂੰ ਪੁੱਛਣਾ, ਸਾਰਿਆਂ ਜਣਿਆਂ ਨੂੰ ਪੁੱਛਣਾ ਕਿ ਹੈ ਕਿ ਜਿਹੜੀ ਚੀਜ਼ ਮੈਨੂੰ ਟੱਚ ਕਰਦੀ ਹੈ ਤੇ ਮੈਂ ਗਿਰ ਜਾਂਦੀ ਹਾਂ, ਮੈਨੂੰ ਕੀ ਹੋ ਰਿਹਾ, ਕਿਉਂਕਿ ਮੈਂ ਬਿਲਕੁਲ ਨਵੀਂ ਸੀ। And when I heard the word of God, I realized that here is the place where I can receive the deliverance and the freedom. And I asked everyone, I asked Pastor G, what is this that I am feeling today? ਸੋ ਪਾਸਟਰ ਜੀ ਕਹਿੰਦੇ ਭੈਣ ਇਹ ਪਾਕ ਰੂਹ ਹੈ। And Pastor G said, Sister G, this is the Holy Spirit. ਮੈਂ ਕਿਹਾ ਪਾਸਟਰ ਜੀ ਪਾਕ ਰੂਹ ਕੀ ਹੈ? ਪਾਕ ਰੂਹ। And I said, Pastor G, what is the Holy Spirit? ਫਿਰ ਉਹਨਾਂ ਨੇ ਮੈਨੂੰ ਵਚਨਾਂ ਚੋਂ ਪਾਕ ਰੂਹ ਜੀ ਬਾਰੇ ਮੈਨੂੰ ਸਮਝਾਇਆ, ਦੱਸਿਆ। ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਉਸ ਤੋਂ ਬਾਅਦ ਜਦੋਂ ਮੈਂ ਜਾਣ ਲਿਆ ਕਿ ਪਾਕ ਰੂਹ ਕੌਣ ਹੈ, ਪਾਕ ਰੂਹ ਕੀ ਹੈ ਜਿਹੜਾ ਮੈਨੂੰ ਛੂ ਕੇ ਇਹਨਾਂ ਚੀਜ਼ਾਂ ਤੋਂ ਮੈਨੂੰ ਬਾਹਰ ਕੱਢ ਸਕਦਾ ਹੈ। And then Pastor G taught me from the word of God and what is the Holy Spirit, and then I came to know that it is the Holy Spirit who can set me free. ਮੈਂ ਕਿਹਾ ਪਾਸਟਰ ਜੀ ਮੈਂ ਤਾਂ ਇਹ ਪਾਕ ਰੂਹ ਹੀ ਲੈਣਾ ਅਤੇ ਪਾਕ ਰੂਹ ਹੀ ਲੈਣਾ। And I said, Pastor G, I want this Holy Spirit. ਤੇ ਮੈਂ ਜਿੱਦਾਂ ਕੋਈ ਛੋਟਾ ਬੱਚਾ ਨਹੀਂ ਹੁੰਦਾ ਸੀ, ਜਦੋਂ ਮੈਂ ਇਹਨਾਂ ਸਾਰੀਆਂ ਜਣਿਆਂ ਨੂੰ ਦੇਖਦੀ ਸੀ, ਦੂਜੀਆਂ ਬੋਲੀਆਂ 'ਚ ਦੁਆ ਕਰਦੇ ਸੀ ਤਾਂ ਮੇਰੀ ਵੀ ਮੈਂ ਵੀ ਇਹ ਆਉਂਦੀ ਸੀ ਕਿ ਪਾਸਟਰ ਜੀ ਮੈਂ ਵੀ ਇੱਦਾਂ ਹੀ ਬੋਲਣਾ ਜਿੱਦਾਂ ਇਹ ਸਾਰੇ ਬੋਲਦੇ ਨੇ। And like a small kid, I want to imitate those who were praying in the other tongues. ਪਾਸਟਰ ਜੀ ਨੇ ਵਚਨਾਂ 'ਚੋਂ ਸਮਝਾਇਆ ਭੈਣ ਇਹਦੇ ਵਿੱਚ ਤੁਹਾਨੂੰ ਵਚਨਾਂ ਵਿੱਚ ਵਧਣਾ ਪਵੇਗਾ, ਤੁਹਾਨੂੰ ਹਜ਼ੂਰੀ 'ਚ ਬਹਿਣਾ ਪਵੇਗਾ ਤਾਂ ਇਹ ਪਾਕ ਰੂਹ ਤੁਹਾਨੂੰ ਆਪ ਹੀ ਦੇਵੇਗਾ। And Pastor Ji made me understand this from the word of God that sister, you will have to grow into the word, you will have to sit into the presence of God. ਸੋ ਉਸ ਤੋਂ ਬਾਅਦ ਜਦੋਂ ਮੈਂ ਪਰਮੇਸ਼ਵਰ ਦੀ ਹਜ਼ੂਰੀ 'ਚ ਬਹਿਣਾ ਸ਼ੁਰੂ ਕਰਤਾ, ਵਚਨਾਂ ਨੂੰ ਮੈਂ ਫੜ ਲਿਆ ਸੀ ਕਿਉਂਕਿ ਮੈਂ ਡੀਮਨ ਪੋਸੈਸਡ ਸੀ। ਜਦੋਂ ਮੈਂ ਵਚਨ ਨੂੰ ਚੱਕਦੀ ਸੀ ਉਸੇ ਟਾਈਮ ਮੈਨੂੰ ਥੋੜਾ ਜਿਹੀ ਸ਼ਾਂਤੀ ਮਿਲਦੀ ਸੀ। ਜਦੋਂ ਮੈਂ ਵਚਨ ਰੱਖਦੀ ਸੀ ਉਹ ਡੀਮਨਸ ਮੈਨੂੰ ਤੰਗ ਕਰਦੇ ਸੀ। And as long as I started prayer and I started sitting in the presence of God, I tried to read the word of God as much as I can, because it was the something that was giving me deliverance from the demons. ਪਰ ਜਿਹੜਾ ਵਚਨ ਸੀ ਪਰਮੇਸ਼ਰ ਦਾ, ਇਹਨੇ ਮੇਰੀ ਮਦਦ ਕੀਤੀ, ਸਫਾਈ ਕੀਤੀ ਅੰਦਰੋਂ। ਉਸ ਗੰਦੇ ਚੀਜ਼ਾਂ ਤੋਂ ਸਫਾਈ ਸਿਰਫ ਇਸ ਵਚਨ ਨੇ ਹੀ ਕੀਤੀ। ਤੇ ਪਾਕ ਰੂਹ ਹੀ ਸੀ ਜੋ ਮੈਨੂੰ ਉੱਥੇ ਬਿਠਾਉਂਦਾ ਸੀ ਤੇ ਮੈਨੂੰ ਪਰਮੇਸ਼ਰ ਦੇ ਵਚਨਾਂ 'ਚ ਲੈ ਕੇ ਜਾਂਦਾ ਸੀ। And it was the word of God, it was the Holy Spirit that cleansed me and that helped me to sit into the presence of God, to cast out those evil spirits and to grow me into the word of God.
ਤੇ ਜਿੱਦਾਂ ਜਿੱਦਾਂ ਮੈਂ ਵੱਧਦੀ ਗਈ, ਜਿੱਦਾਂ ਜਿੱਦਾਂ ਮੈਂ ਵਚਨਾਂ 'ਚ ਵੱਧਦੀ ਗਈ ਤੇ ਪਾਕ ਰੂਹ ਨਾਲ ਮੇਰੀ ਦੋਸਤੀ ਹੋ ਗਈ। And as I was growing into the Word of God, I was doing the friendship with the Holy Spirit too. ਤੇ ਜਦੋਂ ਪਾਕ ਰੂਹ ਨਾਲ ਦੋਸਤੀ ਹੋ ਗਈ ਤੇ ਪਾਕ ਰੂਹ ਨਾਲ ਦੋਸਤੀ ਕਰਨ ਤੋਂ ਬਾਅਦ ਮੈਨੂੰ ਯਿਸੂ ਮਸੀਹ ਜੀ ਦੇ ਨਾਲ ਪਿਆਰ ਹੋ ਗਿਆ। And as I formed a friendship with the Holy Spirit, I formed a love with the Holy Jesus Christ too. ਤੇ ਇਹ ਪਾਕ ਰੂਹ ਹੀ ਸੀ ਜਿਹਨੇ ਮੈਨੂੰ ਮਸੀਹ ਦੇ ਨਾਲ ਪਿਆਰ ਕਰਾਇਆ, ਮਸੀਹ ਦੇ ਵਚਨਾਂ ਵਿੱਚ ਲੈ ਕੇ ਮੈਨੂੰ ਸਾਰੇ ਬੌਂਡੇਜਿਸ ਚੋਂ, ਮੈਨੂੰ ਸਾਰੀਆਂ ਬਿਮਾਰੀਆਂ ਚੋਂ ਰਿਹਾ ਕੀਤਾ। And it was the Holy Spirit who made me love the Jesus Christ and who set me free from all the chains and from all the evil spirits. ਜਿਹੜਾ ਪਾਕ ਰੂਹ ਹੈ, ਪਾਕ ਰੂਹ ਵਚਨਾਂ ਨੂੰ ਪਰਮੇਸ਼ਵਰ ਦੇ ਵਚਨਾਂ ਨੂੰ ਯੂਜ਼ ਕਰਕੇ ਆਪਾਂ ਨੂੰ ਹੀਲ ਦਿੰਦਾ, Holy ਆਪਾਂ Spirit ਨੂੰ uses the Word of God and heals us through the Word of God. ਡਿਲੀਵਰੈਂਸ ਦਿੰਦਾ It gives us the deliverance ਤੇ ਆਪਣੇ ਮਨ 'ਚ ਸ਼ਾਂਤੀ ਪਾਉਂਦਾ। and put the peace into our heart. ਸੋ ਹੁਣ ਅੱਜ ਦਾ ਵਚਨ ਤੁਸੀਂ ਕਹੋਗੇ ਕਿ ਸਿਸਟਰ ਜੀ ਅੱਜ ਤੁਸੀਂ ਕਿਹੜਾ ਵਚਨ ਲੈ ਕੇ ਆਏ ਹੋ? And you would ask, Sister, what kind of words you're going to share today? ਜੋ ਪਰਮੇਸ਼ਵਰ ਨੇ ਅੱਜ ਮੇਰੇ ਦਿਲ ਵਿੱਚ ਪਾਇਆ, But Lord put into my heart. ਜਦੋਂ ਆਪਾਂ ਪਾਕ ਰੂਹ ਨੂੰ ਕਹਿੰਦੇ ਆ ਕਿ ਪਰਮੇਸ਼ਵਰ ਤੂੰ ਮੇਰੇ ਦਿਲ ਵਿੱਚ ਆ, ਪਵਿੱਤਰ ਆਤਮਾ ਨੂੰ ਆਪਾਂ ਕਹਿੰਦੇ ਆ ਹੋਲੀ ਸਪਿਰਿਟ ਆਈ ਵੈਲਕਮ ਯੂ। ਜਦੋਂ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਨੂੰ ਕਹਿੰਦੇ ਆਪਾਂ ਪਵਿੱਤਰ ਆਤਮਾ ਨੂੰ ਕਹਿੰਦੇ ਪਵਿੱਤਰ ਆਤਮਾ ਜੀ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਆ। ਜਿਹੜਾ ਪਵਿੱਤਰ ਆਤਮਾ ਹੋਲੀ ਆ, ਪਾਕ ਆਤਮਾ। And the Holy Spirit is holy. ਮੇਰਾ ਸਵਾਲ ਤੁਹਾਨੂੰ ਸਾਰਿਆਂ ਨੂੰ ਹੈ ਕਿ is the Holy Spirit welcome in your heart? And ਮੈਂ ਤੁਹਾਨੂੰ ਇੱਕ ਸਾਰਿਆਂ ਨੂੰ ਪ੍ਰਸ਼ਨ ਕਰਨਾ ਚਾਹੁੰਦੀ ਹਾਂ ਕਿ ਤੁਹਾਨੂੰ ਹੋਲੀ ਸਪਿਰਿਟ ਦਾ ਤੁਸੀਂ ਵੈਲਕਮ ਕੀਤਾ ਹੈ ਆਪਣੇ ਦਿਲ ਦੇ ਵਿੱਚ? ਕਿਉਂਕਿ ਜਿਹੜਾ ਹੋਲੀ ਸਪਿਰਿਟ ਆ ਉਹਦੀ ਵੀ ਇੱਕ ਪਰਸਨੈਲਿਟੀ ਹੈ। ਕਿ ਮੈਂ ਤੁਹਾਨੂੰ ਸਾਰਿਆਂ ਨੂੰ ਕੁਐਸਚਨ ਕਰਨਾ ਚਾਹੁੰਦੀ ਹਾਂ ਕਿ ਹੋਲੀ ਸਪਿਰਿਟ ਨੇ ਤੁਹਾਨੂੰ ਵੈਲਕਮ ਕੀਤਾ ਹੈ ਆਪਣੇ ਦਿਲ ਦੇ ਅੰਦਰ, ਬਿਕਾਜ਼ ਉਹਦੀ ਵੀ ਆਪਣੀ ਇੱਕ ਪਰਸਨੈਲਿਟੀ ਹੈਜ਼ its own personality. ਪਰਸਨਲ ਬੀਇੰਗ, ਹੋਲੀ ਸਪਿਰਿਟ ਇਜ਼ ਅ ਪਰਸਨਲ ਬੀਇੰਗ। ਜਿੱਦਾਂ ਆਪਾਂ ਇਨਸਾਨ ਆ, ਆਪਾਂ ਨੂੰ ਜੋਏ ਹੁੰਦਾ, ਆਪਾਂ ਨੂੰ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਨਾਲ ਕੋਈ ਗਲਤ ਕਰ, ਆਪਣਾ ਦਿਲ ਦੁਖਦਾ ਹੈਗਾ। ਸਿਮਿਲਰ ਹੋਲੀ ਸਪਿਰਿਟ ਹੈਜ਼ ਇਮੋਸ਼ਨਸ। ਉੱਦਾਂ ਹੀ ਪਾਕ ਰੂਹ ਨੂੰ ਵੀ ਜਦੋਂ ਕੁਝ ਆਪਾਂ ਗਲਤ ਕਰਦੇ ਹਾਂ ਤਾਂ ਪਾਕ ਰੂਹ ਨੂੰ ਆਪਾਂ ਦੁਖੀ ਕਰਦੇ ਹਾਂ। And Holy Spirit is like a human being too. It can feel everything, whatever the emotion we feel. We can hurt the Holy Spirit with our actions. ਸੋ ਅੱਜ ਆਪਾਂ ਜਿਹੜਾ ਵਚਨ ਪਰਮੇਸ਼ਵਰ ਨੇ ਮੇਰੇ ਦਿਲ ਵਿੱਚ ਪਾਇਆ, ਇਹ ਸਾਰਿਆਂ ਨੇ ਆਪਣੇ ਲਈ ਸੁਣਨਾ ਹੈ। And the word of God that Lord put into my heart, it is for each and everyone. ਔਰ ਪਰਮੇਸ਼ਵਰ ਦੇ ਵਚਨ ਦੀ ਲਾਈਟ ਵਿੱਚ ਤੁਸੀਂ ਆਪਣੇ ਦਿਲਾਂ ਨੂੰ ਐਗਜ਼ਾਮਿਨ ਕਰਨਾ। And you're gonna put your heart into the light of God and you're gonna examine it. ਕਿਉਂਕਿ ਆਪਾਂ ਬੋਲਦੇ ਹਾਂ ਹੋਲੀ ਸਪਿਰਿਟ ਆਈ ਵੈਲਕਮ ਯੂ, Because we say that ਪਵਿੱਤਰ ਆਤਮਾ ਜੀ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਆ। ਕਿ ਤੁਸੀਂ ਪਾਕ ਰੂਹ ਨੂੰ ਜਾਣਦੇ ਹੋ Do you know Holy Spirit? ਕਿ ਪਾਕ ਰੂਹ ਨੂੰ ਕੀ ਚੰਗਾ ਲੱਗਦਾ ਕੀ ਨਹੀਂ ਚੰਗਾ ਲੱਗਦਾ, ਤੁਹਾਨੂੰ ਪਤਾ? Do you know what Holy Spirit likes and what He doesn't like? ਕਿਉਂਕਿ ਪਾਕ ਰੂਹ ਤੋਂ ਬਿਨਾਂ ਸਾਡੀ ਮਸੀਹੀ ਜ਼ਿੰਦਗੀ ਬਿਲਕੁਲ ਕੁਝ ਵੀ ਨਹੀਂ ਹੈ। Because our Christian life is nothing without the Holy Spirit. ਸੋ ਅੱਜ ਕਈ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ ਕਿਉਂਕਿ ਆਪਾਂ ਸਾਰੇ ਚਾਹੁੰਦੇ ਹਾਂ ਕਿ ਸਪਿਰਿਚੁਅਲ ਗਰੋਥ ਹੋਵੇ। ਆਪਾਂ ਸਾਰੇ ਸੇਵਾ ਕਰ ਰਹੇ ਹਾਂ, ਆਪਾਂ ਚਾਹੁੰਦੇ ਹਾਂ ਕਿ ਆਪਾਂ ਸੇਵਾ ਵਿੱਚ ਅੱਗੇ ਵਧੀਏ, ਪਰ ਜਦੋਂ ਅਸੀਂ ਅੱਗੇ ਨਹੀਂ ਵਧਦੇ ਉਹਦੇ ਵਿੱਚ ਕਈ ਕਾਰਨ ਹੁੰਦੇ ਨੇ ਕਿ ਅਸੀਂ ਆਪਣੀ ਸੇਵਾ ਵਿੱਚ ਕਿਉਂ ਨਹੀਂ ਅੱਗੇ ਵਧਦੇ। And I'm going to share certain points with you that sometimes we want to grow into the Holy Spirit but we cannot, and there are something that is holding us behind from growing. ਉਹ ਤਾਂ ਕਰਕੇ ਕਿ ਕਿਤੇ ਨਾ ਕਿਤੇ ਅਸੀਂ ਪਾਕ ਰੂਹ ਦੇ ਦਿਲ ਨੂੰ ਠੇਸ ਪਹੁੰਚਾਈਏ। And it is because at some point we have heard the Holy Spirit. ਔਰ ਪਰਮੇਸ਼ਵਰ ਨੇ ਇੱਕ ਜਣੇ ਨੂੰ ਨਾਮ ਲੈ ਕੇ ਬੁਲਾਇਆ। And Lord had called everyone with their names. ਔਰ ਪਰਮੇਸ਼ਵਰ ਚਾਹੁੰਦੇ ਨੇ ਇੱਕ ਜਣੇ ਨੂੰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰਨ ਦੇ ਲਈ। And Lord wants to use everyone for their glory. ਪਰ ਉਸ ਤੋਂ ਪਹਿਲਾਂ ਤੁਹਾਡੇ ਦਿਲਾਂ ਨੂੰ, ਤੁਹਾਡੇ ਮਨਾਂ ਨੂੰ ਉਹ ਜਿੰਨੀ ਦੇਰ ਤੱਕ ਉਹ ਸਾਫ਼ ਨਹੀਂ, ਉਹ ਤੁਸੀਂ ਪਾਕ ਪਿਤਾ ਪਰਮੇਸ਼ਵਰ ਦੀ ਸੇਵਾ ਵਿੱਚ ਅੱਗੇ ਨਹੀਂ ਵਧ ਸਕਦੇ। But if your hearts are not clean, you cannot grow into the service of Lord. ਜੇ ਮੈਂ ਤੁਹਾਨੂੰ
ਐਗਜ਼ਾਮਪਲ ਦੇਵਾਂਗੀ, ਜਸਟ ਆਈ ਵਾਂਟ ਟੂ ਪੇਂਟ ਅ ਪਿਕਚਰ ਕਿ ਤੁਸੀਂ ਦੋ ਚੀਜ਼ਾਂ ਨੂੰ ਰਿਲੇਟ ਕਰ ਸਕੋ। And I want to portray a picture in front of you so that you can relate two things. ਜਦੋਂ ਤੁਹਾਡੇ ਘਰ ਕੋਈ ਗੈਸਟ ਆਉਣਾ ਹੁੰਦਾ, ਕੋਈ ਬਹੁਤ ਖਾਸ ਗੈਸਟ ਹੈ ਨਾ, ਕਿ ਬਹੁਤ ਹੀ ਕੋਈ ਸ਼ਹਿਰ ਦਾ ਜਾਂ ਕੋਈ ਕੰਟਰੀ ਦਾ ਕੋਈ ਸਪੈਸ਼ਲ ਗੈਸਟ ਹੈ, ਤੇ ਉਹਨੂੰ ਤੁਸੀਂ ਕਿਹਾ ਹੁੰਦਾ ਕਿ ਅੱਜ ਤੁਸੀਂ ਜਿਹੜੇ ਘਰ ਆਉਣਾ ਹੈ, ਡਿਨਰ ਕਰਨਾ ਜਾਂ ਕੁਝ ਵੀ ਤੁਸੀਂ ਖਾਣਾ ਪੀਣਾ ਇਕੱਠੇ ਬਹਿ ਕੇ ਖਾਣਾ ਹੈ। And whenever you invite someone on a dinner or a meal into your house, ਔਰ ਫਿਰ ਉਹਨੂੰ ਜਦੋਂ ਗੈਸਟ ਨੂੰ ਤੁਹਾਨੂੰ ਪਤਾ ਹੁੰਦਾ ਕਿ ਅੱਜ ਉਹ ਬੰਦੇ ਨੇ ਅੱਜ ਸਾਡੇ ਘਰੇ ਆਉਣਾ, ਤੁਸੀਂ ਸਫਾਈਆਂ ਕਰ ਦਿਓ, ਸਾਰਾ ਘਰ ਸਾਫ਼ ਕਰ ਦਿਓ। ਮੇਕ ਸ਼ੋਰ ਯੂ ਵਾਂਟ ਟੂ ਇੰਪ੍ਰੈਸ ਦੈਟ ਗੈਸਟ। and to impress that guest, you clean your house and you make the preparations for him. ਤੇ ਤੁਸੀਂ ਚੰਗਾ ਖਾਣ ਪੀਣ ਲਈ ਫੂਡ ਵੀ ਤਿਆਰ ਕਰਦੇ ਹੋ ਕਿ ਤਾਂ ਕਿ ਉਹਨੂੰ ਉਹ ਫੂਡ ਚੰਗਾ ਲੱਗੇ, And you prepare the food too so that he should like it. ਤਾਂ ਕਿ ਜਦੋਂ ਉਹ ਜਾਵੇ ਤਾਂ ਉਹ ਚੰਗਾ ਇੰਪ੍ਰੈਸ਼ਨ ਲੈ ਕੇ ਜਾਵੇ ਤੁਹਾਡੇ ਲਈ। So ਮੈਂ that whenever he leave your house, he should go with a good impression. ਚਾਹੇ ਉਸ ਤੋਂ ਬਾਅਦ ਫਿਰ ਤੁਹਾਡਾ ਘਰ ਉੱਦਾਂ ਹੀ ਮੈਸੀ ਹੁੰਦਾ, ਪਰ ਉਸ ਟਾਈਮ ਵੀ ਤੁਸੀਂ ਮੇਕ ਸ਼ੋਰ ਤੁਹਾਡਾ ਘਰ ਸਾਫ਼ ਹੁੰਦਾ, ਮੇਕ ਸ਼ੋਰ ਵੀ ਉਹ ਬੰਦੇ ਨੇ ਆਉਣਾ, ਖਾਣਾ, ਬੈਸਟ ਖਾਣਾ ਬਣਾਉਣਾ, ਬੈਸਟ ਤੁਸੀਂ ਯੂ ਜਸਟ ਡੂ ਯੋਰ ਬੈਸਟ ਟੂ ਇੰਪ੍ਰੈਸ ਦੈਟ ਪਰਸਨ, ਰਾਈਟ? Doesn't matter your house turns messy after the person leaves, but before he comes, you clean everything and you make it look good for the good impression. How about the Holy Spirit, the special guest? ਗੈਸਟ ਨਹੀਂ ਕਹੂੰਗੀ ਜਿਹਨੂੰ ਉਸ ਤੋਂ ਬਿਨਾਂ ਸਾਡੀ ਜ਼ਿੰਦਗੀ ਕੁਛ ਨਹੀਂ। ਉਹ ਪਰਮੇਸ਼ਵਰ ਨੇ ਆਪਣੀ ਆਤਮਾ ਨੂੰ ਭੇਜਿਆ ਸਾਡੀ ਜ਼ਿੰਦਗੀ ਵਿੱਚ ਕਿ ਅਸੀਂ ਉਹਨੂੰ ਕੀ ਚੰਗਾ ਲੱਗਦਾ, ਉਹਨੂੰ ਕੀ ਚੰਗਾ ਨਹੀਂ ਲੱਗਦਾ। ਡੂ ਯੂ ਇੰਪ੍ਰੈਸ ਹੋਲੀ ਸਪਿਰਿਟ ਔਰ ਨਾਟ? And how about the Holy Spirit, who is more than the special guest? Do you try to impress him by doing whatever he does like or he doesn't like it? ਜਦੋਂ ਆਪਾਂ ਵਚਨ ਸੁਣਦੇ ਆ, ਅੱਜ ਮੈਂ ਜਿਹੜੀ ਇਹ ਗੱਲ ਕਰ ਰਹੀ ਆ, ਆਪਾਂ ਮਸੀਹਾਂ ਦੀ ਗੱਲ ਕਰ ਰਹੀ ਆ, ਵਿਸ਼ਵਾਸੀਆਂ ਦੀ ਗੱਲ ਕਰ ਰਹੀ ਆ ਜਿਨ੍ਹਾਂ ਨੇ ਬਪਤਿਸਮਾ ਲੈ ਕੇ ਪਾਕ ਰੂਹ ਨੂੰ ਆਪਣੇ ਮਨ 'ਚ ਵਸਾਇਆ ਹੋਇਆ, ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ। And today I'm talking about the believers who are baptized and who have received the Holy Spirit, who have welcomed the Holy Spirit. ਜਦੋਂ ਆਪਾਂ ਨੂੰ ਪਤਾ ਲੱਗਦਾ ਕਿ ਪਾਕ ਰੂਹ ਨੂੰ ਸਫਾਈ ਪਸੰਦ ਹੈ, ਪਾਕ ਰੂਹ ਨੂੰ ਪਿਆਰ ਪਸੰਦ ਹੈ, ਪਾਕ ਰੂਹ ਨੂੰ ਜੈਂਟਲਨੈਸ ਪਸੰਦ ਹੈ, ਆਪਾਂ ਉਦੋਂ ਵਚਨਾਂ ਦੇ ਮੁਤਾਬਿਕ ਜਦੋਂ ਆਪਾਂ ਨੂੰ ਪਤਾ ਹੁੰਦਾ ਕਿ ਬਰਕਤਾਂ ਸਾਨੂੰ ਸਿਰਫ ਉਹੀ ਦੇ ਸਕਦਾ, ਤਾਂ ਆਪਾਂ ਥੋੜੇ ਜਿਹੇ ਟਾਈਮ ਲਈ ਤਾਂ ਆਪਣੀ ਅੰਦਰਲੀ ਸਫਾਈ ਆਪਾਂ ਮਾਫੀ ਮੰਗ ਲੈਂਦੇ ਆ। ਆਪਾਂ ਸੋਚਦੇ ਆ ਕਿ ਨਹੀਂ ਹੁਣ ਨਹੀਂ ਇਹ ਕੰਮ ਕਰਨਾ, ਪਰਮੇਸ਼ਵਰ ਮੈਨੂੰ ਮਾਫ ਕਰ। And when we come to know that Holy Spirit like the cleanliness and like the holiness, we try to ask him to forgive our sins, and we try to imitate him, or we try to turn us according to him. ਪਰ ਫਿਰ ਥੋੜੀ ਦੇਰ ਬਾਅਦ ਅਸੀਂ ਫਿਰ ਉਹੀ ਆਦਤਾਂ ਵਿੱਚ ਵਾਪਸ ਚਲੇ ਜਾਂਦੇ ਆ ਜਿਸ ਵਿੱਚੋਂ ਪਰਮੇਸ਼ਵਰ ਨੇ ਸਾਨੂੰ ਆਜ਼ਾਦ ਕੀਤਾ ਹੁੰਦਾ। But after some time, we still go back into the same thing that we used to do before. ਤੇ ਤੁਹਾਨੂੰ ਕੀ ਲੱਗਦਾ ਕਿ ਜਦੋਂ ਆਪਾਂ ਉਹੀ ਚੀਜ਼ਾਂ ਵਿੱਚ ਪਿੱਛੇ ਮੁੜ ਕੇ ਜਾਂਦੇ ਆ ਤਾਂ ਪਾਕ ਰੂਹ ਨੂੰ ਕਿੱਦਾਂ ਲੱਗ ਰਿਹਾ ਹੋਊਗਾ? And what you think, what would Holy Spirit feel when you go into the same habits? Because he is holy. Because वो पवित्र है. ਉਹਨੂੰ ਗੰਦਗੀ ਪਸੰਦ ਨਹੀਂ। He doesn't like the dirty things. ਆਪਾਂ ਸਾਰੇ ਚਾਹੁੰਦੇ ਆ ਕਿ ਪਰਮੇਸ਼ਵਰ ਸਾਨੂੰ ਇਸਤੇਮਾਲ ਕਰੇ, We all want the Lord should use us. ਤੇ ਉਹ ਪਰਮੇਸ਼ਵਰ ਚਾਹੁੰਦਾ ਕਿ ਆਪਾਂ ਚਾਹੁੰਦੇ ਆ ਕਿ ਆਪਾਂ ਥੋੜਾ ਜਿਹਾ ਦਿਲ ਦਾ ਹਿੱਸਾ ਦੇ ਦਈਏ, ਇੰਨਾ ਕੁ ਦੇ ਦਈਏ ਪਰਮੇਸ਼ਵਰ, ਬਾਕੀ ਇੰਨੀ ਕੁ ਤੂੰ ਕਰ ਲਈ, ਬਾਕੀ ਸਾਰੀ ਮੈਂ ਕਰੀ ਜਾਊਂਗਾ ਮੇਰੇ ਦਿਲ ਦਾ। But Holy Spirit wants to dwell in your house permanently. And we want to just give us a little place, just a tiny bit to the Lord, and we just want to keep the other for the rest of the place for the other things. But ਪਵਿੱਤਰ ਆਤਮਾ ਆਪਣੇ ਸਰੀਰ ਦੇ ਵਿੱਚ ਆ ਕੇ ਆਪਣੀ ਬੋਡੀ ਤੇ ਆਪਣੇ ਦਿਲ ਦੇ ਵਿੱਚ ਪੂਰੀ ਤਰ੍ਹਾਂ ਨਾਲ ਕਬਜ਼ਾ ਕਰਨਾ ਚਾਹੁੰਦਾ ਹੈ। ਆਪਾਂ ਨੂੰ ਪਤਾ ਕਿ ਅਸੀਂ ਪਾਕ ਰੂਹ ਤੋਂ ਬਿਨਾਂ ਕੁਝ ਵੀ ਨਹੀਂ ਆ, ਆਮੇਨ। And we know that we are nothing without the Holy Spirit. ਪਰ ਪਾਕ ਰੂਹ ਦੀ ਇੱਕ ਖਾਸੀਅਤ ਇਹ ਹੈ ਕਿ ਪਾਕ ਰੂਹ ਉੱਥੇ ਜ਼ਿਆਦਾ ਜਾਣਾ ਪਸੰਦ ਕਰਦਾ, ਉੱਥੇ ਉਹ ਜ਼ਿਆਦਾ ਕੰਮ ਕਰਦਾ ਜਿੱਥੇ ਉਹ ਭੁੱਖ ਤੇ ਪਿਆਸ ਦੇਖਦਾ ਯਿਸੂ ਮਸੀਹ। But the specialty of Holy Spirit is it likes to go to the place where people are hungry and thirsty for the Lord. ਮੈਂ ਜਦੋਂ ਹਜੇ ਮੈਂ ਪਾਣੀ ਦਾ ਬਪਤਿਸਮਾ ਨਹੀਂ ਸੀ ਲਿੱਤਾ, ਪਰ ਜਦੋਂ ਮੈਨੂੰ ਪਵਿੱਤਰ ਆਤਮਾ ਦਾ ਮੈਂ ਡਿਜ਼ਾਇਰ ਕਰਦੀ ਸੀ, ਮੈਂ ਰੋਜ਼ ਦੁਆਵਾਂ ਕਰਦੀ ਸੀ
प्रभु मैनू अपनी पवित्र आत्मा का बपतिस्मा दे, प्रभु मैनू पवित्र आत्मा का बपतिस्मा दे। When I was water baptized and I was praying for the baptism of Holy Spirit, सो पहला मैनू पानी के बपतिस्मा तो पहला मैनू पाक रूह का बपतिस्मा मिला। क्यों मिला? क्योंकि मैं डिजायर रखा पाक रूह ने। before the water baptism, I received the baptism of Holy Spirit because I was desiring for Jesus. ਆਪਾਂ ਨੂੰ ਪਤਾ ਕਿ ਜਿਹੜੀ ਪਾਕ रूह ਤੋਂ ਬਿਨਾ ਆਪਾਂ ਪਾਪ ਨੂੰ ਨਾ ਨਹੀਂ ਕਹਿ ਸਕਦੇ। And we know that without the Holy Spirit, we cannot deny the sin. ਪਰ ਜਦੋਂ ਪਾਕ रूह ਸਾਡੇ ਅੰਦਰ ਆ ਜਾਂਦਾ ਤਾਂ ਅਸੀਂ ਧਾਰਮਿਕਤਾ ਨੂੰ ਹਾਂ ਕਹਿੰਦੇ ਆ। And when Holy Spirit comes into us, we say yes to the righteousness. ਸੋ ਪਾਕ रूह ਬਿਨਾ ਕੋਈ ਵੀ ਯਿਸੂ ਮਸੀਹ ਜੀ ਨੂੰ ਲੋੜ ਨਹੀਂ ਕਹਿ ਸਕਦਾ। And without the Holy Spirit, no one call Lord Jesus his Lord. ਮੈਂ ਤੁਹਾਨੂੰ ਇੱਕ ਵਾਰ ਫੇਰ ਉਹੀ ਕੁਐਸਚਨ ਪੁੱਛ ਰਹੀ ਹਾਂ। And I'm going to ask you same question one more time. Is the Holy Spirit welcome into your heart? With the ਆਤਮਾ ਤੁਹਾਨੂੰ ਆਪਣੇ ਦਿਲ ਦੇ ਵਿੱਚ ਸਵਾਗਤ ਕਰਦਾ ਹੈ। ਪਾਕ रूह ਨੇ ਅੱਜ ਜੋ ਮੇਰੇ ਦਿਲ 'ਚ ਪਾਇਆ ਕਿ ਕਿਹੜੀਆਂ ਗੱਲਾਂ ਨੇ ਜਿਹਦੇ ਨਾਲ ਮੈਨੂੰ ਠੇਸ ਪਹੁੰਚਦੀ ਆ। And the Holy Spirit put into my heart that what are the things that can grieve me. ਕਿਉਂਕਿ ਪਿਤਾ ਪਰਮੇਸ਼ਵਰ ਨੇ ਸਾਨੂੰ ਇੱਕ ਇੱਕ ਨੂੰ ਨਾਮ ਲੈ ਕੇ ਬੁਲਾਇਆ ਆਪਣੀ ਸੇਵਾ ਦੇ ਲਈ। As the Lord call us for each one of us by us our names for His service. ਔਰ ਅਸੀਂ ਸਾਰੇ ਚਾਹੁੰਦੇ ਆ ਦਿਲੋਂ ਚਾਹੁੰਦੇ ਆ ਕਿ ਅਸੀਂ ਪਰਮੇਸ਼ਵਰ ਲਈ ਯੂਜ਼ ਹੋਈਏ, ਇਸਤੇਮਾਲ ਕੀਤੇ ਜਾਈਏ ਨੇ। And we all want to be used by the Lord. ਪਰ ਸਾਡੀਆਂ ਗਲਤੀਆਂ, ਸਾਡੀ ਵੀਕਨੈਸ, ਕਦੇ ਕਦੇ ਪਾਪ ਸਾਡੇ ਤੇ ਹਾਵੀ ਹੋ ਜਾਂਦਾ ਹੈ। ਉਹਦੇ ਕਾਰਨ ਪਵਿੱਤਰ ਆਤਮਾ ਫਿਰ ਪਿੱਛੇ ਹੋ ਜਾਂਦਾ। But sometimes our mistakes, our sins took over and Holy Spirit just go back. ਆਪਾਂ ਅੱਜ ਛੇਤੀ ਦੇਣੇ ਆਪਾਂ ਦੇਖਾਂਗੇ ਕਿ ਵੀ ਕਿਹੜੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਪਾਕ रूह ਨੂੰ ਦੁਖੀ ਕਰਦੀਆਂ ਨੇ। And we're going to see what are the things that can grieve the Holy Spirit. ਸੋ ਆਪਾਂ ਨਹੀਂ ਆਪਾਂ ਨਹੀਂ ਚਾਹਾਂਗੇ ਕਿ ਪਵਿੱਤਰ ਆਤਮਾ ਜੋ ਪਰਮੇਸ਼ਵਰ ਨੇ ਆਪਣਾ ਆਤਮਾ ਸਾਨੂੰ ਦਿੱਤਾ ਕਿ ਉਹ ਸਾਡੇ ਤੋਂ ਦੂਰ ਹੋ ਜਾਵੇ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਉਹ ਨਾ ਸਾਡੀ ਹੈਲਪ ਕਰ ਸਕੇ। ਕਿਉਂਕਿ ਪਰਮੇਸ਼ਵਰ ਨੇ ਆਪਾਂ ਵਚਨ 'ਚ ਜਾਂਦੇ ਹਾਂ ਅਫਸੀਆਂ ਦੀ ਕਿਤਾਬ ਚੈਪਟਰ 4 Ephesians chapter 4 30 Ready? ਤੀ ਪੜ੍ਹੋ। ਹਾਂਜੀ। And do not grieve the Holy Spirit of God, by whom you were sealed for the day of redemption. ਮੈਂ ਇੱਥੇ ਵਚਨ ਆਪਾਂ ਨੂੰ ਸਾਫ਼ ਦੱਸਦਾ ਕਿ ਪਾਕ रूह ਨੂੰ ਦੁਖੀ ਨਾ ਕਰੋ ਕਿਉਂਕਿ ਇਹ ਸਾਡੇ ਤੇ ਮੋਹਰ ਹੈ, ਸੀਲ ਲੱਗੀ ਹੋਈ ਹੈ ਉਸ ਦਿਨ ਜਿਸ ਦਿਨ ਪਰਮੇਸ਼ਵਰ ਨੇ ਸਾਨੂੰ ਆਜ਼ਾਦ ਕਰਨਾ। And again, the word of God clearly tells us that do not grieve the Holy Spirit because we are sealed by Him for the redemption. ਸੋ ਆਂਟੀ ਜੀ ਬਹੁਤ ਚੰਗੀ ਤਰ੍ਹਾਂ ਇਸ ਚੀਜ਼ ਨੂੰ ਆਂਟੀ ਜੀ ਨੇ ਸਮਝਾਉਂਦੇ ਹੁੰਦੇ ਸੀ। ਕਹਿੰਦੇ ਭਾਈ ਇਹ ਐਦਾਂ ਹੁੰਦਾ ਜਿਵੇਂ ਬਿਆਨਾ ਤੁਹਾਨੂੰ ਕਿਸੇ ਚੀਜ਼ ਦਾ ਤੁਸੀਂ ਪ੍ਰਾਪਰਟੀ ਲੈਣੀ ਹੁੰਦੀ ਹੈ, ਬਿਆਨਾ ਦਿੱਤਾ ਹਜੇ ਤੁਹਾਨੂੰ ਘਰ ਹਜੇ ਮਿਲਿਆ ਨਹੀਂ, ਬਿਆਨਾ ਦਿੱਤਾ ਰਜਿਸਟਰੀ ਹੋਈ ਹੈ ਹਜੇ ਮਿਲਿਆ ਨਹੀਂ, ਆਪਾਂ ਹਜੇ ਮੁਕਤੀ ਦੇ ਰਾਹ ਤੇ ਚੱਲੇ ਆ ਤੇ ਪਵਿੱਤਰ ਆਤਮਾ ਸਾਡੇ ਤੇ ਸੀਲ ਆ। ਸੋ ਇਸ ਮੁਕਤੀ ਦੇ ਰਾਹ ਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਸੰਭਾਲ ਕੇ ਰੱਖਣਾ ਜਿੰਨੇ ਸਾਲ ਪਰਮੇਸ਼ਵਰ ਨੇ ਸਾਨੂੰ ਇੱਥੇ ਦਿੱਤੇ ਨੇ। And as Auntie used to teach us that the Holy Spirit is like the agreement that we have received from the God, but we haven't get it clearly, that we haven't put it on our name, so we have to act carefully. ਸੋ ਆਪਾਂ ਨੂੰ ਹੁੰਦਾ ਹਾਂਜੀ ਅਸੀਂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆ ਗਏ ਆ, ਅਸੀਂ ਆਪਣਾ ਰਿਪੈਂਟ ਕਰ ਲਿਆ, ਪਵਿੱਤਰ ਆਤਮਾ ਸਾਡੇ ਅੰਦਰ ਆ ਗਏ ਨੇ, ਹੁਣ ਠੀਕ ਹੈ। ਬਾਕੀ ਥੋੜਾ ਥੋੜਾ ਅਸੀਂ ਜੋ ਸਾਨੂੰ ਦਿਲ ਕਰਦਾ ਹੈ ਕਰਦੇ ਆ ਵੀ ਪਰਮੇਸ਼ਵਰ ਨੇ ਤਾਂ ਸਾਨੂੰ ਮਾਫ ਕਰ ਦੇਣਾ। And sometimes we think that we have repented and we came into the Lord and we are okay. Now we can do some bad things. It's okay. Lord will forgive us. ਪਰ ਇਸ ਗਲਤ ਫਹਿਮੀ 'ਚ ਨਾ ਰਹੋ। But do not be into this deception. ਇਸ ਗਲਤ ਫਹਿਮੀ 'ਚ ਨਾ ਰਹੋ। Do not be into this ਇਸ misunderstanding. ਪਾਕ रूह ਨੂੰ ਠੇਸ ਨਾ ਪਹੁੰਚਾਇਓ ਕਿਉਂਕਿ ਹਜੇ ਅਸੀਂ ਮੁਕਤੀ ਦੇ ਰਾਹ ਦੇ ਉੱਤੇ ਚੱਲ ਰਹੇ ਹਾਂ। Do not hurt the Holy Spirit because we are going into the way of salvation. ਉਹ ਸਾਡਾ ਮਦਦਗਾਰ ਭੇਜਿਆ ਗਿਆ ਕਿ ਜਿੰਨੇ ਸਾਲ ਅਸੀਂ ਇੱਥੇ ਰਹਿਣਾ ਹੈ ਅਸੀਂ ਹੋਲੀਨੈਸ 'ਚ ਰਹਿਣਾ ਤੇ ਪਵਿੱਤਰ ਆਤਮਾ ਜੀ ਨੂੰ ਵੀ ਪਤਾ ਹੈ
ਪਰਮੇਸ਼ਰ ਨੂੰ ਵੀ ਪਤਾ ਕਿ ਅਸੀਂ ਵੀਕ ਆ, ਕਮਜ਼ੋਰ ਆ, ਸਾਡੇ ਤੋਂ ਗਲਤੀਆਂ ਹੋ ਜਾਂਦੀਆਂ ਨੇ, ਤੇ ਪਵਿੱਤਰ ਆਤਮਾ ਸਾਨੂੰ ਉਸ ਗਲਤੀਆਂ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਦਾ ਹੈ। And as long as we're going to live here, we need to be holy, and Holy Spirit know as well that we are human beings. We may commit mistakes, but He will forgive us. But we need to stay holy for Him. ਸੋ ਆਪਾਂ ਝੱਟਦੇ ਨੇ ਦੇਖਦੇ ਹਾਂ ਕਿ ਕਿਹੜੀਆਂ ਉਹ ਗੱਲਾਂ ਨੇ ਜਿਹਦੇ ਨਾਲ ਆਪਾਂ ਆਤਮਾ ਦੇ ਦਿਲ ਨੂੰ ਠੇਸ ਪਹੁੰਚਾਉਂਦੇ ਹਾਂ। And we're going to see the things that we can, with what we can grieve the Holy Spirit. ਸਭ ਤੋਂ ਪਹਿਲਾ ਹੈਗਾ ਪ੍ਰਾਈਡ। And the first of all is a pride command. ਪਰਮੇਸ਼ਵਰ ਦੇ ਵਚਨਾਂ ਵਿੱਚ ਆਪਾਂ ਕਿੰਨੀ ਜਗ੍ਹਾ ਪਰਮੇਸ਼ਵਰ ਨੇ ਲਿਖਿਆ ਕਿ ਪਰਮੇਸ਼ਵਰ ਨੂੰ ਘਮੰਡ ਬਿਲਕੁਲ ਵੀ ਪਸੰਦ ਨਹੀਂ। And in the Word of God, it has written in many of the verses that Lord doesn't like the pride. ਹੁਣ ਅੱਜ ਆਪਾਂ ਇੱਥੇ ਵਿਸ਼ਵਾਸੀਆਂ ਦੀ ਵੀ ਗੱਲ ਕਰ ਰਹੇ ਹਾਂ। And we are talking about the believers today. ਜਦੋਂ ਆਪਾਂ ਉਹਨੂੰ, ਕਿਉਂਕਿ ਆਪਾਂ ਇੱਥੇ ਪਰਮੇਸ਼ਵਰ ਦੇ ਵੈਸਲ ਆ, ਇਹ ਜਿਹੜੀਆਂ ਡਿਲੀਵਰੈਂਸ ਹੁੰਦੀਆਂ ਨੇ, ਹੀਲਿੰਗਸ ਹੁੰਦੀਆਂ ਨੇ, ਇਹ ਕੋਈ ਇਨਸਾਨ ਨਹੀਂ ਕਰਦਾ, ਇਹ ਪਾਕ ਰੂਹ ਹੀ ਕਰ ਰਿਹਾ ਹੁੰਦਾ। And we are the vessel of God, and the deliverance and the healing to be received, it is by the Holy Spirit. It is not by the human being. ਪਾਕ ਰੂਹ ਉਦੋਂ ਠੇਸ ਪਹੁੰਚਦੀ ਹੈ ਜਦੋਂ ਕਦੇ ਜਦੋਂ ਆਪਾਂ ਨੂੰ ਪਰਮੇਸ਼ਵਰ ਯੂਜ਼ ਕਰਨ ਲੱਗ ਜਾਂਦਾ, ਤਾਂ ਜਦੋਂ ਤੁਸੀਂ ਫਲੈਸ਼ਲੀ ਥਾਟ ਨਾਲ ਆਪਣੇ ਸਰੀਰ ਦੇ ਵਾਂਗੂ ਸੋਚਣ ਲੱਗਦੇ ਹੋ ਕਿ ਇਹ ਤਾਂ ਮੇਰੀ ਦੁਆ ਨਾਲ ਠੀਕ ਹੋ ਗਿਆ, ਜਾਂ ਮੇਰੇ ਉਸ ਦੇ ਨਾਲ ਠੀਕ ਹੈ, ਜਿੱਥੇ ਮੈਂ ਆਉਂਦੀ ਹੈ ਨਾ, ਉੱਥੇ ਪਰਮੇਸ਼ਵਰ ਦੇ ਆਪਾਂ ਨੂੰ ਠੇਸ ਪਹੁੰਚਦੀ ਹੈ। And sometimes the Lord started using us, and we keep thinking that, okay, I prayed for him and he got healed. This is where we got the pride, and here we heard the Holy Spirit. Because it is all about Jesus. Because ये सब कुछ प्रभु It यीशु is मसीह ने all about Jesus, my friends. It's all about Jesus. प्रभु यीशु मसीह ने करके। ਔਰ ਪਾਕ ਰੂਹ ਨੂੰ ਚੰਗਾ ਨਹੀਂ ਲੱਗਦਾ ਜਦੋਂ ਆਪਾਂ ਕਿਸੇ ਇਨਸਾਨ ਨੂੰ ਮਹਿਮਾ ਦਿੰਦੇ ਹਾਂ ਜੋ ਕੰਮ ਉਸਨੇ ਕੀਤਾ ਹੁੰਦਾ। And Holy Spirit doesn't like when we glorify the human being for the Amen. work that He has done. ਆਪਣੇ ਨਾਲ ਦੇ ਨੂੰ ਕਹੋ, do not take credit. And ਆਪਣੇ ਨਾਲ ਦੇ ਨੂੰ ਕਹੋ ਕਿ ਕਿਸੇ ਦੂਜੇ ਦਾ ਕ੍ਰੈਡਿਟ ਆਪਣੇ ਉੱਤੇ ਨਾ ਲਓ। ਜੇ ਤੁਹਾਨੂੰ ਪਰਮੇਸ਼ਵਰ ਇਸਤੇਮਾਲ ਕਰ ਰਿਹਾ ਹੈ ਤਾਂ ਪਰਮੇਸ਼ਵਰ ਨੂੰ ਮਹਿਮਾ ਦਿਓ। And if the Lord is using you, give the glory to the Lord. ਕਿਉਂਕਿ ਜਦੋਂ ਤੁਹਾਨੂੰ ਪਰਮੇਸ਼ਵਰ ਇਸਤੇਮਾਲ ਕਰਨ ਲੱਗ ਜਾਂਦਾ, ਜਿਹੜਾ ਇਹ ਪ੍ਰਾਈਡ ਹੈ ਨਾ, ਇਹ ਬਹੁਤ ਵੱਡਾ ਪਾਪ ਹੈ, ਤੇ ਜਦੋਂ ਤੁਹਾਨੂੰ ਪ੍ਰਾਈਡ ਆਉਣ ਲੱਗ ਜਾਂਦਾ ਤਾਂ ਤੁਹਾਡਾ ਮਨ ਸਖਤ ਹੋ ਜਾਂਦਾ। And you know when Lord starts using you and you go into the pride, it becomes a sin for you. ਔਰ ਤੁਹਾਡੀਆਂ ਅੱਖਾਂ ਤੇ ਨਾ ਜਿਹੜਾ ਇਹ ਪ੍ਰਾਈਡ ਹੈ, ਇਹ ਸਿਨ ਹੈ, ਔਰ ਇਹ ਤੁਹਾਡੀਆਂ ਅੱਖਾਂ ਦੇ ਉੱਤੇ ਵੀ ਜਿਵੇਂ ਮਾਸਕ ਪਾ ਦਿੰਦਾ, ਤੁਹਾਡੇ ਦਿਲ ਤੇ ਵੀ ਮਾਸਕ ਪਾ ਦਿੰਦਾ, ਤੁਸੀਂ ਸੱਚਾਈ ਨੂੰ ਦੇਖਦੇ ਨਹੀਂ, ਤੁਸੀਂ ਆਪਣੀ ਦੁਨੀਆ ਵਾਂਗੂ ਸੋਚਦੇ। And this pride will make your heart hard, and it will blind your eyes, and you cannot see anything like the Holy Spirit. You will be like other human beings in the world. ਸੋ ਆਪਾਂ ਇਸ ਚੀਜ਼ ਨੂੰ ਬਹੁਤ ਧਿਆਨ ਦੇ ਨਾਲ ਇਹ ਰੱਖਣਾ ਕਿ ਜੇ ਅੱਜ ਆਪਾਂ ਆਪਣੇ ਦਿਲਾਂ ਨੂੰ ਦੇਖਣਾ ਕਿ ਜੇ ਪਰਮੇਸ਼ਵਰ ਸਾਨੂੰ ਇਸਤੇਮਾਲ ਕਰ ਰਿਹਾ ਕਿ ਤੁਹਾਡੇ ਵਿੱਚ ਕਦੇ ਵੀ ਮੈਂ ਨਾ ਆਵੇ, ਕਿਉਂਕਿ ਇਹ ਪਾਕ ਰੂਹ ਕਰ ਰਿਹਾ। And you need to be very careful that if the Lord is using you, you do not take the pride, because He is the one who is doing everything. ਔਰ ਦੂਜਾ ਪੁਆਇੰਟ ਹੈਗਾ ਕਿ ਆਪਾਂ ਪਾਕ ਰੂਹ ਨੂੰ ਉਦੋਂ ਦੁਖੀ ਕਰਦੇ ਹਾਂ ਜਦੋਂ ਆਪਾਂ ਕਿਸੇ ਦੇ ਲਈ ਆਪਣੇ ਮਨ ਦੇ ਵਿੱਚ ਗੁੱਸਾ ਰੱਖਦੇ ਹਾਂ। when we hold a grudge against someone. And the second point is when we grieve the Holy Spirit when we hold the grudge against someone. ਪਰਮੇਸ਼ਵਰ ਪਿਆਰ ਦਾ ਪਰਮੇਸ਼ਵਰ ਹੈ, And Lord is the Lord of love. ਔਰ ਪਾਕ ਰੂਹ ਬਹੁਤ ਹੀ ਜੈਂਟਲ ਹੈ, ਉਹਨੂੰ ਗੁੱਸਾ ਪਸੰਦ ਨਹੀਂ, ਉਹਨੂੰ ਸਿਰਫ ਪਿਆਰ ਹੀ ਪਸੰਦ ਹੈ। And Holy Spirit is very gentle. It doesn't like the grudges. It likes the love. ਸੋ ਇਹ ਤੀਜਾ ਪੁਆਇੰਟ ਹੈਗਾ ਕਿ ਜਦੋਂ ਆਪਾਂ ਪਰਮੇਸ਼ਵਰ ਨੂੰ ਇਗਨੋਰ ਕਰ ਦਿੰਦੇ ਹਾਂ, ਪਾਕ ਰੂਹ ਨੂੰ ਇਗਨੋਰ ਕਰ ਦਿੰਦੇ ਹਾਂ, And the third point is when we start ignoring the Holy Spirit. ਤੁਹਾਨੂੰ ਕਿੱਦਾਂ ਲੱਗੂਗਾ ਕਿ ਜੇ ਤੁਹਾਡਾ ਕੋਈ ਬਹੁਤ ਖਾਸ ਦੋਸਤ ਹੈ, ਤੁਸੀਂ ਉਹਦੇ ਨਾਲ ਤੁਸੀਂ ਚਾਹੁੰਦੇ ਕਿ ਤੁਹਾਡਾ ਬੈਸਟ ਫਰੈਂਡ ਹੈ, ਤੇ ਤੁਸੀਂ ਬੈਸਟ ਫਰੈਂਡ ਨਾਲ ਸਾਰਾ ਦਿਨ ਹੀ ਗੱਲਾਂ ਕਰਦੇ ਹੋ, ਫੋਨ 'ਤੇ ਵੀ ਕਰਦੇ ਹੋ, ਗੱਲਬਾਤ ਕਰਦੇ ਹੋ, ਜਦੋਂ ਵੀ ਆਪਣੇ ਕੋਈ ਦਿਲ ਦੀ ਗੱਲ ਹੁੰਦੀ ਹੈ ਤੁਸੀਂ ਆਪਣੇ ਫਰੈਂਡ ਨੂੰ ਫੋਨ ਲਾਉਂਦੇ ਹੋ ਨਾ ਸਾਰੇ ਜਾਣੇ। And how would you like that you have a best friend and you call him every time whenever you need to talk? ਸੋ ਜਿਹੜਾ ਪਾਕ ਰੂਹ ਹੈ, ਜਿਹਨੂੰ ਪਰਮੇਸ਼ਵਰ ਨੇ ਪਾਕ ਰੂਹ ਹੋਲੀ ਸਪਿਰਿਟ, ਉਹ ਸਾਡੇ ਅੰਦਰ ਰਹਿੰਦਾ, ਤੇ ਅਸੀਂ ਪਾਕ ਰੂਹ ਨਾਲ ਕਦੇ ਗੱਲ ਹੀ ਨਹੀਂ ਕਰਦੇ।
ਰਿਸ਼ਤੇਦਾਰ ਭੇਜਿਆ, ਸਲਾਹਕਾਰ ਭੇਜਿਆ, ਕਾਉਂਸਲਰ ਹੈ, ਉਹਦੇ ਕੋਲੇ ਕਿੰਨੀਆਂ ਕੁਆਲਿਟੀਜ਼ ਨੇ, ਪਰ ਆਪਾਂ ਕੀ ਕਰਦੇ ਹਾਂ, ਆਪਾਂ ਫਟਾਫਟ ਫੋਨ ਚੱਕਦੇ ਹਾਂ ਜਦੋਂ ਕੋਈ ਆਪਾਂ ਨੂੰ ਕੋਈ ਦੁਖੀ ਕਰਦਾ ਜਾਂ ਆਪਾਂ ਕਿਸੇ ਚੀਜ਼ 'ਤੇ ਅਪਸੈਟ ਹੁੰਦੇ ਹਾਂ, ਆਪਾਂ ਠੀਕ ਹੈ ਆਪਾਂ ਇੱਕ ਦੂਜੇ ਨਾਲ ਦੀ ਗੱਲ ਕਰਨੀ ਹੈ, ਪਰ ਆਪਾਂ ਪਾਕ ਰੂਹ ਕੋਲੇ ਨਹੀਂ ਗੱਲ ਕਰਦੇ, ਪਾਕ ਰੂਹ ਨੂੰ ਆਪਣਾ ਦਿਲ ਦੀਆਂ ਗੱਲਾਂ ਨਹੀਂ ਦੱਸਦੇ ਜਿੱਥੋਂ ਸਾਡੀ ਸਹੀ ਹੱਲ ਪਾਉਣੀ ਹੈ। And the Lord has given us the Holy Spirit as our counselor, as our advice. But whenever we go into the situation, we call the human beings. We do not try to consult with the Holy Spirit from where the help comes. ਪਾਕ ਰੂਹ ਨੂੰ ਠੇਸ ਪਹੁੰਚਦੀ ਹੈ And the Holy Spirit gets hurt by it. ਤੇ ਪਾਕ ਰੂਹ ਤੁਹਾਡੇ ਨਾਲ ਗੱਲਾਂ ਉਦੋਂ ਕਰਦਾ ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨਾਂ ਦੇ ਵਿੱਚ ਵਧਦੇ, ਕਿਉਂਕਿ ਪਰਮੇਸ਼ਵਰ ਦਾ ਆਤਮਾ ਹਮੇਸ਼ਾ ਤੁਹਾਨੂੰ ਵਚਨਾਂ ਰਾਹੀਂ ਹੀ ਗੱਲ ਕਰੇਗਾ। And the Holy Spirit talks to you whenever you grow into the Word of God, whenever you read the Word of God, because He talks to you through His Word. ਜੇ ਆਪਾਂ ਕਦੇ ਵਚਨ ਨੂੰ ਚੱਕਣਾ ਹੀ ਨਹੀਂ, ਵਚਨ ਨੂੰ ਖੋਲ੍ਹਣਾ ਹੀ ਨਹੀਂ, ਦੁਆ ਕਰਨੀ ਨਹੀਂ, ਤਾਂ ਪਾਕ ਰੂਹ ਤੁਹਾਡੇ ਨਾਲ ਗੱਲ ਕਿੱਦਾਂ ਕਰੂਗਾ? And if you do not open the Word of God, and if you do not try to talk to the Holy Spirit, how He is going to talk to you? ਇਹ ਰਿਸ਼ਤਾ ਬਣਾਉਣ ਨੂੰ ਟਾਈਮ ਲੱਗਦਾ ਹੈ, ਪਰ ਇਹ ਪਵਿੱਤਰ ਰਿਸ਼ਤਾ ਹੈ। ਯਕੀਨ ਮੰਨੋ ਪਰਮੇਸ਼ਵਰ ਕੋਈ ਵੀ ਚੀਜ਼ ਫਾਲਤੂ 'ਚ ਨਹੀਂ ਦਿੰਦਾ। And this relationship takes a time to form, and it is a very holy relationship. And Lord doesn't give anything in vain. ਹਮੇਸ਼ਾ ਸਾਡੇ ਬੋਲਾਂ ਦੇ ਧੰਨਵਾਦ ਰਹੇ ਕਿ ਪਵਿੱਤਰ ਆਤਮਾ ਜੋ ਸੱਚਾ ਸਹਾਇਕ ਹੈ, ਸੱਚਾ ਮਦਦਗਾਰ ਹੈ, ਸੱਚਾ ਸਲਾਹਕਾਰ ਹੈ, ਉਹ ਸਾਨੂੰ ਦਿੱਤਾ ਹੈ। ਪਰਮੇਸ਼ਵਰ ਨੇ ਕਿਉਂ ਦਿੱਤਾ? ਕਿਉਂਕਿ ਉਹਨੂੰ ਪਤਾ ਹੈ ਕਿ ਇਸ ਜੀਵਨ ਦੇ ਵਿੱਚ ਮੁਸ਼ਕਲਾਂ ਆਉਣਗੀਆਂ, ਡੋਲੋਗੇ, ਡਿੱਗੋਗੇ, ਪਰ ਜੇ ਤੁਹਾਡਾ ਰਿਸ਼ਤਾ ਪਵਿੱਤਰ ਆਤਮਾ ਨਾਲ ਹੋਏਗਾ, ਜਦੋਂ ਵਚਨ ਤੁਹਾਡੇ ਅੰਦਰ ਹੋਏਗਾ, ਤਾਂ ਪਵਿੱਤਰ ਆਤਮਾ ਜੀ ਆਪਣੇ ਵਚਨਾਂ ਨੂੰ ਖੋਲ ਕੇ ਉਸ ਸਿਚੁਏਸ਼ਨ ਦੇ ਅਕੋਰਡਿੰਗ ਤੁਹਾਡੇ ਨਾਲ ਗੱਲਬਾਤ ਕਰਨਗੇ। And you need to be thankful every time, because you know that the Lord has given us a true helper who will always be there whenever we need His help into the situations. ਤੇ ਫਿਰ ਜਦੋਂ ਆਪਣੀਆਂ ਦੁਆਵਾਂ ਦਾ ਉੱਤਰ ਨਹੀਂ ਆਉਂਦਾ, ਫਿਰ ਆਪਾਂ ਕਹਿੰਦੇ ਹਾਂ ਪਰਮੇਸ਼ਵਰ ਤੂੰ ਤਾਂ ਸਾਡੇ ਨਾਲ ਗੱਲ ਹੀ ਨਹੀਂ ਕਰਦਾ। And when He doesn't reply us back for our prayers, and we are like, Lord, you don't talk to us. ਤਾਂ ਪਰਮੇਸ਼ਵਰ ਕਹਿੰਦੇ ਭਰਾਈ ਮੈਂ ਤੈਨੂੰ ਹੋਲੀ ਸਪਿਰਿਟ ਪਵਿੱਤਰ ਆਪਣਾ ਆਤਮਾ ਪਰਮਾਤਮਾ ਤੇਰੇ ਅੰਦਰ ਹੈ, ਤੈਨੂੰ ਉਹ ਤਾਂ ਕਦੇ ਨਹੀਂ ਬੁਲਾਇਆ। And Lord says that you have a Holy Spirit that dwells in you, and you have never called Him. ਤਾਂ ਜਿਹੜਾ ਪਲਾਨ ਪਰਮੇਸ਼ਵਰ ਨੇ ਤੁਹਾਡੇ ਜਨਮ ਤੋਂ ਪਹਿਲਾਂ ਸੋਚਿਆ ਹੋਇਆ ਸੀ, ਉਸ ਪਲਾਨ ਨੂੰ ਪੂਰਾ ਕਰਨ ਲਈ ਸਾਨੂੰ ਪਵਿੱਤਰ ਆਤਮਾ ਦਿੱਤਾ ਗਿਆ। And the Lord has a purpose before even you were born, and He sent His helper to complete that purpose for us. ਤੇ ਉਹ ਪਲਾਨ ਵਿੱਚ ਜਾਣ ਦੇ ਲਈ ਜੇ ਆਪਾਂ ਪਵਿੱਤਰ ਆਤਮਾ ਨੂੰ ਨਜ਼ਰਅੰਦਾਜ਼ ਨਾ ਕਰਾਂਗੇ, ਉਹਦੀ ਮਦਦ ਨੂੰ ਲਵਾਂਗੇ, ਤਾਂ ਪਰਮੇਸ਼ਵਰ ਸਾਨੂੰ ਉਹ ਪਲਾਨ ਤੱਕ ਲੈ ਕੇ ਜਾਵੇਗਾ ਜੋ ਪਰਮੇਸ਼ਵਰ ਨੇ ਸਾਡੇ ਲਈ ਸੋਚਿਆ ਹੈ। And to fulfill that purpose, we will need to get the help of Holy Spirit. Then Lord will help us as well to reach that plan and purpose. ਹੁਣ ਆਪਾਂ ਅਗਲਾ ਪੁਆਇੰਟ ਦੇਖਦੇ ਹਾਂ ਕਿ ਪਵਿੱਤਰ ਆਤਮਾ ਜੀ ਨੂੰ ਆਪਾਂ ਸ਼ੋਕਿਤ ਕਰਦੇ ਹਾਂ ਜਦੋਂ ਆਪਾਂ ਨੈਗੇਟਿਵ ਬੋਲਦੇ ਹਾਂ। And we're going to see the next point that we can grieve the Holy Spirit with our negative speech. ਪਰਮੇਸ਼ਵਰ ਨੇ ਆਪਾਂ ਨੂੰ ਜਿਹੜਾ ਇਹ ਮੂੰਹ ਦਿੱਤਾ ਹੈ, ਜ਼ੁਬਾਨ ਦਿੱਤੀ ਹੈ, ਇਹ ਆਪਾਂ ਨੂੰ ਬਰਕਤ ਦੇਣ ਲਈ ਦਿੱਤੀ ਹੈ, ਆਪਾਂ ਨੂੰ ਇਨਕਰੇਜ ਕਰਨ ਲਈ ਦਿੱਤੇ ਹੈ, ਟੂ ਬਿਲਡ ਈਚ ਅਦਰ। And Lord has given us our tongue to encourage each other and to build us together. ਪਰਮੇਸ਼ਵਰ ਨੇ ਵਚਨ 'ਚ ਕਿਹਾ ਕਿ ਤੇਰੀ ਜ਼ੁਬਾਨ ਦੇ ਵਿੱਚ ਮੌਤ ਤੇ ਜ਼ਿੰਦਗੀ ਹੈ। In the word of God it says, in your tongue there is a life or death. And you will eat the fruit of your lips. And ਤੂੰ ਆਪਣੇ ਬੁੱਲਾਂ ਦਾ ਫਲ ਖਾਵੇਂਗਾ। ਸੋ ਪਾਕਰੂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪਵਿੱਤਰ ਆਤਮਾ ਜੀ ਜੋ ਅਸੀਂ ਬੋਲਦੇ ਹਾਂ ਵਚਨਾਂ ਨੂੰ ਲੈਂਦੇ ਨੇ, ਵਚਨਾਂ ਨੂੰ ਲੈ ਕੇ ਉਹ ਬਿਲਡ ਕਰਦਾ ਹੈ। And as I always told you before, that whatever we speak, Holy Spirit take it and act according to it. ਸੋ ਜਿਹੜਾ ਕੁਝ ਤੁਸੀਂ ਚਾਹੁੰਦੇ ਹੋ ਤੁਹਾਡੀ ਜ਼ਿੰਦਗੀ 'ਚ ਹੋਵੇ, ਉਹ ਵਚਨਾਂ ਨੂੰ ਲੈ ਕੇ ਬੋਲੋ, ਐਂਡ the Holy Spirit will help to manifest. And whatever you want to be into your life or what happen into your life, you need to proclaim it, and Holy Spirit will help in it. ਕਿਉਂਕਿ ਤੁਹਾਡੇ ਅੰਦਰ ਕਿਹਦਾ ਆਤਮਾ ਹੈ? ਤੁਹਾਡੇ ਅੰਦਰ ਉਸ ਪਰਮੇਸ਼ਵਰ ਦਾ ਆਤਮਾ ਹੈ ਜਿਹਨੇ ਯਿਸੂ ਮਸੀਹ ਜੀ ਨੂੰ ਤੀਜੇ ਦਿਨ ਕਬਰ ਚੋਂ ਕੱਢ ਕੇ ਰੈਜ਼ਰੈਕਟ ਕੀਤਾ, ਔਰ ਰੈਜ਼ਰੈਕਸ਼ਨ ਦਾ ਆਤਮਾ ਤੁਹਾਡੇ ਅੰਦਰ ਹੈ।
Because you have the Holy Spirit of that God who resurrected the Lord Jesus from the death. ਜਿਹੜਾ ਵੀ ਤੁਹਾਡੀ ਜ਼ਿੰਦਗੀ 'ਚ ਜੋ ਕੁਝ ਤੁਸੀਂ ਚਾਹੁੰਦੇ ਹੋ ਉੱਦਾਂ ਬਣ ਜਾਵੇਗਾ ਜੇ ਤੁਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਲੈ ਕੇ ਫੇਥ ਨਾਲ ਭਰ ਕੇ ਜਦੋਂ ਤੁਸੀਂ ਬੋਲੋਗੇ ਉਹ ਤੁਹਾਡੇ ਲਈ ਹੋ ਜਾਵੇਗਾ। And it will be done for you whatever you will proclaim from the word of God. ਸੋ ਹੁਣ ਸੋਚਣਾ ਕਿਉਂਕਿ ਜਿਹੜਾ ਪਵਿੱਤਰ ਆਤਮਾ ਬਹੁਤ ਜੈਂਟਲ ਹੈ ਉਹ ਤੁਹਾਡੇ ਤੇ ਫੋਰਸ ਨਹੀਂ ਕਰਦਾ। And Holy Spirit is very gentle. It will never force you. ਉਹ ਤੁਹਾਡੇ ਤੇ ਛੱਡ ਦਿੰਦਾ ਕਿ ਤੁਸੀਂ ਕੀ ਕਰਦੇ ਹੋ। ਉਹ ਮਦਦਗਾਰ ਹੈ, ਉਹ ਆਪ ਨਹੀਂ ਕਰੂਗਾ। ਜਦੋਂ ਮਦਦ ਮੰਗੋਗੇ ਉਹਨੇ ਮਦਦ ਕਰਨੀ ਹੈ। He leave it on you that what you do, because He is a helper. He's not going to do it for us, but He's going to help us in doing it. ਸੋ ਹੁਣ ਆਪਾਂ ਜਿਹੜੇ ਆਪਣੇ ਆਪ ਨੂੰ ਤੁਸੀਂ ਕੋਈ ਆਪਾਂ ਨੇ ਆਪਣੇ ਆਪ ਨੂੰ ਆਮ ਨਾ ਸਮਝੋ। ਅਸੀਂ ਬਹੁਤ ਖਾਸ ਤੇ ਬਰਕਤ ਵਾਲੇ ਲੋਕ ਆ। ਅਸੀਂ ਪਰਮੇਸ਼ਵਰ ਨੇ ਸਾਨੂੰ ਉਹ ਅਧਿਕਾਰ ਦੇ ਦਿੱਤੇ ਨੇ ਜੋ ਪਰਮੇਸ਼ਵਰ ਨੇ ਆਪਣੇ ਪਵਿੱਤਰ ਆਤਮਾ ਤੇ ਵਚਨ ਸਾਡੇ ਕੋਲ ਦੇ ਦਿੱਤਾ। And we are the special people because Lord has given us the same authority that He has given to Lord Jesus, and we can do it with the help of Holy Spirit. ਸੋ ਅਗਲਾ ਪੁਆਇੰਟ ਹੈਗਾ ਅਨਕੰਟਰੋਲ ਇਮੋਸ਼ਨਸ ਦੇ ਬਾਰੇ ਜਿਹਦੇ ਨਾਲ ਅਸੀਂ ਪਵਿੱਤਰ ਆਤਮਾ ਨੂੰ ਠੇਸ ਪਹੁੰਚਾਉਂਦੇ ਹਾਂ। And the third point is uncontrolled emotions are अपने जज्बातां ते अपने feelings ਤੇ ਕਾਬੂ ਨਾ ਰੱਖਣਾ। ਜਿਸ ਦੇ ਵਿੱਚ ਆਉਂਦਾ ਆਪਾਂ ਜਿਹੜੇ ਇਨਸਾਨਾਂ ਨੂੰ ਬਹੁਤ ਜਲਦੀ ਗੁੱਸਾ ਆ ਜਾਂਦਾ ਹੈ ਤੇ ਜਾਂ ਫਿਰ ਕਿਸੇ ਨੂੰ ਗਲਤ ਬੋਲਦੇ ਨੇ। ਆਪਾਂ ਵਚਨ ਦੇ ਵਿੱਚੋਂ ਦੇਖਦੇ ਹਾਂ ਐਫੀਸੀਅਨਸ ਚੈਪਟਰ 4:29-32। Let no corrupt word proceed out of your mouth, but what is good for necessary edification, that it may impart grace to the hearers. And do not grieve the Holy Spirit of God, by whom you were sealed for the day of redemption. Let all bitterness, wrath, anger, clamor, and evil speaking be put away from you with all malice. And be kind to one another, tender heart, forgiving one another, even as God in Christ forgave you. ਹੁਣ ਇਹਦਾ ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇਣੀ ਆ ਕਿ ਦੋ ਜਣੇ ਲੈਟਸ ਟੇਕ ਟੂ ਸਿਸਟਰਸ ਨੂੰ ਆਪਾਂ ਲੈ ਲਈਏ ਟੂ ਚਾਹੇ ਬ੍ਰਦਰਸ ਨੂੰ ਆਪਾਂ ਲੈ ਲੈਣਾ ਟੂ ਸ਼ੋ ਯੂ ਦਾ ਐਗਜ਼ਾਮਪਲ ਕਿ ਪਰਮੇਸ਼ਵਰ ਕੀ ਚਾਹੁੰਦੇ ਨੇ ਕਿ ਇੱਕ ਭੈਣ ਹੈ ਉਹਨੇ ਦੂਜੀ ਭੈਣ ਨੂੰ ਕੁਛ ਗਲਤ ਕਿਹਾ। And for example, one sister has said something bad to another. ਸੋ ਉਹਦੀ ਜਿੱਦਾਂ ਵੀ ਕਹੋ ਉਹਦੀ ਇਨਸਲਟ ਕੀਤੀ ਤੇ ਇਹ ਵਾਲੀ ਭੈਣ ਓਫੈਂਡਡ ਹੋ ਗਈ And she might have insulted her and she got offended. ਕਿ ਮੈਨੂੰ ਉਹਨੇ ਏਦਾਂ ਕੁਛ ਕਹਿ ਦਿੱਤਾ ਹਾਏ ਮੈਂ ਤਾਂ ਇਹ ਜਾਣਦੀ ਨਹੀਂ ਮੈਂ ਕੌਣ ਆ ਮੈਨੂੰ ਏਦਾਂ ਕਿਵੇਂ ਬੋਲ ਸਕਦੀ ਆ। And she's like, how she can say these things about me because she doesn't know me, who I am. ਜਦੋਂ ਉਹ offended ਹੋ ਗਈ ਤਾਂ ਉਹਦੇ ਮਨ ਦੇ ਵਿੱਚ ਬਿਟਰਨੈਸ ਵੀ ਆਊਗੀ, ਅਨਫੋਰਗਿਵਨੈਸ ਵੀ ਆ ਜਾਊਗੀ। ਇਹ ਸਾਰਾ ਪਾਪ ਇਹ ਚੀਜ਼ਾਂ ਸਾਰੀਆਂ ਨਾਲ ਨਾਲ ਹੁੰਦੀਆਂ ਨੇ, ਅਟੈਚ ਨੇ। And when she got offended, she will get those bitterness, those wrath into her heart because these things work together. ਤੇ ਜਿਹੜੀ ਇਹ ਭੈਣ ਜੀ ਨੇ ਇਨਸਲਟ ਕੀਤੀ ਹੁੰਦੀ ਆ ਉਹ ਜਾਂਦੀ ਜਾਂਦੀ ਹੀ ਉਹਦੇ ਪਾਤਰੂ ਨੇ ਮਨ 'ਚ ਬੋਲਿਆ ਤੂੰ ਇਹ ਉਹਨੂੰ ਗਲਤ ਬੋਲਿਆ ਮਾਫੀ ਮੰਗ। And the other sister who insulted another sister, the Holy Spirit guided her that you said wrong things about her. You need to go and ask for forgiveness. ਤੇ ਉਹ ਭੈਣ ਨੇ ਤਾਂ ਉਸੇ ਟਾਈਮ ਹੀ ਗੋਡੀਆਂ ਲਾ ਕੇ ਪਰਮੇਸ਼ਵਰ ਤੋਂ ਮਾਫੀ ਮੰਗ ਲਈ ਤੇ ਆਪਣਾ ਰਿਸ਼ਤਾ ਪਰਮੇਸ਼ਵਰ ਨਾਲ ਸਹੀ ਕਰ ਲਿਆ। And the sister acted at the same time. She asked for forgiveness and she make her relationship good with the Lord. ਪਰ ਜਿਹੜੀ ਦੂਜੀ ਭੈਣ ਆ ਉਹਨੇ ਹਜੇ ਵੀ ਮਨ 'ਚ ਗੁੱਸਾ ਰੱਖਿਆ ਹਾਏ ਮੈਨੂੰ ਕਿਉਂ ਕਹਿ ਦਿੱਤਾ ਮੈਨੂੰ ਕਿਉਂ ਬੋਲੀ। ਉਹ ਸੋਚਾਂ ਬੁੜੀ ਗਈ ਅੱਗੇ ਐਕਸਟ੍ਰੀਮ ਤੱਕ ਪਹੁੰਚ ਗਈ। And the other sister is still thinking like why she told these things about me, and she is just making her thoughts more and more and going deep into it. ਸੋ ਇੱਥੇ ਕੀ ਹੋਇਆ ਕਿ ਉਹ ਪਾਪ ਦੇ ਕੇਜ ਦੇ ਵਿੱਚ ਸਿਨ ਦੇ ਵਿੱਚ ਉਹ ਫਸ ਗਈ And she got trapped in the Trap ਹੋ cage ਗਈ। of sin. ਤੇ ਪਰ ਉਹਨੇ ਪਾਕ ਰੂਹ ਤੋਂ ਮਦਦ ਨਹੀਂ ਮੰਗੀ। ਉਹਨੇ ਕੀ ਕੀਤਾ ਫੋਨ ਚੱਕਿਆ ਉਹਨੇ ਫੋਨ ਕੀਤਾ ਆਪਣੇ ਨਾਲ ਦੀਆਂ ਫਰੈਂਡਸ ਨੂੰ ਆਮ ਸੋ offended this happened that happened And she didn't ask the help from the Holy Spirit, but she called to the other sister and she gossiped about it, that she said these bad things about me. ਪਰ ਪਾਕ ਰੂਹ ਜੋ ਹੈਲਪਰ ਦਿੱਤਾ ਗਿਆ ਮਦਦਗਾਰ ਦਿੱਤਾ ਪਾਕ ਰੂਹ ਨੂੰ ਪੁੱਛਿਆ ਹੀ ਨਹੀਂ ਕੁਛ। And the helper that Lord has given to us, she hadn't asked to her. ਸੋ ਉਹ ਬੰਦੇ ਨੇ ਤਾਂ ਮਾਫੀ ਮੰਗ ਲਈ ਪਰ ਇਹਨੇ ਮਾਫੀ ਮੰਗੀ ਨਹੀਂ ਤੇ ਨਾ ਹੀ ਇਹਨੇ ਪਵਿੱਤਰ ਆਤਮਾ she didn't ask the helper for help, she didn't ask the counseling from a counselor। ਉਹਨੇ ਕੀ ਕੀਤਾ
ਲੋਕਾਂ ਤੋਂ ਸਲਾਹ ਲੈ ਲਈ ਜਿਹੜੇ ਕਿ ਉਹਦੀ ਹੈਲਪ ਨਹੀਂ ਕਰ ਸਕਦੇ। And she didn't go to the Holy Spirit and ask for the help, ask for the counseling, but she went to the other sisters and just gossiped with them, that those who cannot help her. ਜਦੋਂ ਆਪਾਂ ਇਹ ਗੱਲਾਂ ਕਰਦੇ ਹਾਂ ਤਾਂ ਪਵਿੱਤਰ ਆਤਮਾ ਹਰਟ ਹੁੰਦਾ। And when we do these things, the Holy Spirit gets hurt. ਹੁਣ ਜਿੱਦਾਂ ਸਿਸਟਰ ਸਰਿਤਾ ਜੀ ਨੇ ਆਪਾਂ ਨੂੰ ਐਗਜ਼ਾਮਪਲ ਕਿ ਆਪਾਂ ਨੇ ਟੈਸਟਮਨੀ ਦਿੱਤੀ ਹੈ ਕਿ ਉਹਨਾਂ ਨੂੰ ਕਿਸੇ ਨੇ ਕੁਝ ਕਿਹਾ ਤੇ ਉਹਨਾਂ ਨੂੰ ਫੀਲ ਹੋਇਆ ਤਾਂ ਉਹਨਾਂ ਨੇ ਕੀ ਕੀਤਾ, ਗੋਡੀਆਂ ਲਾ ਕੇ ਦੁਆ ਕੀਤੀ, ਪਰਮੇਸ਼ਵਰ ਤੋਂ ਪਵਿੱਤਰ ਆਤਮਾ ਤੋਂ ਮਦਦ ਮੰਗੀ ਤੇ ਪਵਿੱਤਰ ਆਤਮਾ ਨੇ ਆਪਣੇ ਵਚਨ ਰਾਹੀਂ ਉਹਨਾਂ ਨੂੰ ਸਕੂਨ ਦਿੱਤਾ, ਕੰਫਰਟ ਦਿੱਤਾ ਤੇ ਉਸ ਬਰਡਨ ਤੋਂ ਰਿਹਾ ਕੀਤਾ। And as Sister Sarita has shared with us her testimony that when someone hurt her, she went into the presence of Lord and she prayed about it and Lord gave her peace. ਸੋ ਇਹੀ ਪਵਿੱਤਰ ਆਤਮਾ ਦੇਖਦਾ ਕਿ ਛੋਟੀ ਛੋਟੀ ਗੱਲਾਂ ਦੇ ਜੋ ਪਰਮੇਸ਼ਵਰ ਦੇ ਵਚਨਾਂ ਉੱਤੇ ਲਿਖੀਆਂ ਨੇ ਤੁਸੀਂ ਉਹਨੂੰ ਸੁਣ ਕੇ ਓਬੇ ਕਰਦੇ ਹੋ, ਜੇ ਨਹੀਂ ਕਰਦੇ ਤਾਂ ਪਵਿੱਤਰ ਆਤਮਾ ਦੁਖੀ ਹੁੰਦਾ। And this is the what Holy Spirit seek and see, that do you obey the Lord when Lord asks you to do? ਚਾਹੇ ਇਹ ਚੀਜ਼ਾਂ ਤੁਹਾਡੇ ਕੰਮ ਤੇ ਹੋਣ, ਸਕੂਲ ਤੇ ਹੋਣ, ਕਿਤੇ ਵੀ ਹੋਣ, ਆਪਾਂ ਜਿਹੜੇ ਲੋਕ ਆ, ਆਪਾਂ ਪਾਕ ਰੂਹ ਪਾਏ ਹੋਏ ਲੋਕ ਆ, ਪਰਮੇਸ਼ਵਰ ਦੇ ਮੱਸਾ ਕੀਤੇ ਹੋਏ ਲੋਕ ਆ, ਤਾਂ ਪਰਮੇਸ਼ਵਰ ਦਾ ਆਤਮਾ ਸਾਨੂੰ ਇਹੀ ਸਿਖਾਉਂਦਾ ਹੈ, ਸਭ ਤੋਂ ਪਹਿਲਾਂ ਆਪਣੇ ਸਾਹਮਣੇ ਹਮੇਸ਼ਾ ਜੀਸਸ ਕ੍ਰਾਈਸਟ ਦਾ ਐਗਜ਼ਾਮਪਲ ਸਾਹਮਣੇ ਰੱਖਿਆ ਕਰੇ। And doesn't matter wherever these things happen to us, we need to keep in mind that we are the believers, we are the chosen ones, and we need to imitate the Lord Jesus Christ. ਕਿਉਂਕਿ ਪਾਕ ਰੂਹ ਜਦੋਂ ਯਿਸੂ ਮਸੀਹ ਜੀ ਨੇ ਉੱਪਰ ਜਾਣਾ ਸੀ ਤਾਂ ਉਹਨਾਂ ਨੇ ਚੇਲਿਆਂ ਨੂੰ ਕਿਹਾ ਸੀ ਕਿ ਮੈਂ ਉੱਪਰ ਜਾਵਾਂਗਾ, ਪਿਤਾ ਤੋਂ ਮਦਦਗਾਰ ਤੁਹਾਨੂੰ ਭੇਜਾਂਗਾ ਤੇ ਉਹੀ ਆਖੇਗਾ ਜੋ ਮੇਰੇ ਵੱਲੋਂ ਹੈ, ਜੋ ਮੇਰਾ ਹੈ ਉਹੀ ਦੇਵੇਗਾ। And when Lord Jesus was about to go up and he said to his disciples, I will go and send you my helper, he will do whatever I will ask him to do. ਸੋ ਜਦੋਂ ਆਪਾਂ ਪਰਮੇਸ਼ਵਰ ਤੋਂ ਇਹ ਮਦਦਗਾਰ ਤੋਂ ਮਦਦ ਮੰਗਦੇ ਹਾਂ ਤਾਂ ਸਾਡੀ ਇਹ ਮਦਦ ਆਉਂਦੀ ਹੈ, ਪਰ ਅਸੀਂ ਮਦਦਗਾਰ ਤੋਂ ਮਦਦ ਨਹੀਂ ਮੰਗਦੇ ਤਾਂ ਉਦੋਂ ਪਵਿੱਤਰ ਆਤਮਾ ਦੁਖੀ ਹੁੰਦਾ। And whenever we ask for help from the helper, he helps us, but whenever we go to other person for the help, he gets hurt. ਪਰਮੇਸ਼ਵਰ ਨੇ ਸਾਰਿਆਂ ਲਈ ਬਹੁਤ ਵੱਡਾ ਪਲਾਨ ਕੀਤਾ। ਪਰਮੇਸ਼ਵਰ ਖੁਸ਼ ਹੁੰਦੇ ਨੇ ਕਿ ਹਾਂ ਅੱਜ ਮੇਰੇ ਬੱਚੇ ਨੇ ਆਹ ਵਧੀਆ ਚੀਜ਼ ਕੀਤੀ, ਵਚਨ ਮੰਨਿਆ, ਆਹ ਕੀਤਾ, ਪਰ ਜਦੋਂ ਅਸੀਂ ਇੱਕ ਚੀਜ਼ ਗਲਤ ਕਰਦੇ ਨੇ ਤਾਂ ਪਵਿੱਤਰ ਆਤਮਾ ਉੱਤੇ ਰੁਕ ਜਾਂਦਾ। And whenever we obey the commands of Lord, he gets pleased, but whenever we do something wrong, we hurt the Holy Spirit. ਤੇ ਪਵਿੱਤਰ ਆਤਮਾ ਤੁਹਾਡੇ ਰਾਹੀਂ ਫਲੋ ਨਹੀਂ ਹੁੰਦਾ, ਦੂਜਿਆਂ ਨੂੰ ਛੂ ਨਹੀਂ ਸਕਦਾ, ਉਹ ਕੰਮ ਨਹੀਂ ਕਰ ਸਕਦਾ ਕਿਉਂਕਿ ਤੁਹਾਡੇ ਦਿਲ ਦੇ ਵਿੱਚ ਉਹ ਪਾਪ ਹੈ। And the Holy Spirit cannot flow through you. He cannot do the healings or deliverance through you because you have a sin into your heart. ਕਿਉਂਕਿ ਉਹ ਪਾਕ ਪਰਮੇਸ਼ਵਰ ਹੈ, ਪਵਿੱਤਰ ਪਰਮੇਸ਼ਵਰ। ਆਪਾਂ ਦੇਖਿਆ ਜਦੋਂ ਯਿਸੂ ਮਸੀਹ ਜੀ ਸਲੀਬ ਤੇ ਸੀ, ਪਰਮੇਸ਼ਵਰ ਜਦੋਂ ਉਹ ਸਲੀਬ ਤੇ ਸੀ ਤਾਂ ਉਹਨਾਂ ਨੇ ਕਿਹਾ ਪਿਤਾ ਤੂੰ ਮੈਨੂੰ ਕਿਉਂ ਛੱਡ ਦਿੱਤਾ, ਕਿਉਂ? ਕਿਉਂਕਿ ਪਿਤਾ ਪਰਮੇਸ਼ਵਰ ਪਵਿੱਤਰ ਹੈ, ਉਹ ਪਾਪ ਨੂੰ ਨਹੀਂ ਦੇਖ ਸਕਦਾ। And as we know that the Holy Spirit is a very holy, and when the Lord Jesus was on the cross, he talked to Lord, why have you forsaken me? And because Lord cannot see the bad things because he is a holy Lord, so there was a part in between them. ਸੋ ਦੂਜੀ ਗੱਲ ਇਹ ਹੈ ਕਿ ਪਰਮੇਸ਼ਵਰ ਦਾ ਰੂਹ ਉਦੋਂ ਵੀ ਆਪਾਂ ਪਰਮੇਸ਼ਵਰ ਦੇ ਰੂਹ ਨੂੰ ਦੁਖੀ ਕਰਦੇ ਹਾਂ ਜਦੋਂ ਆਪਾਂ ਝੂਠ ਬੋਲਦੇ ਹਾਂ। And another thing is we hurt the Holy Spirit when we lie. ਤੇ ਆਪਾਂ ਨੂੰ ਲੱਗਦਾ ਕਿ ਪਰਮੇਸ਼ਵਰ ਐਦਾਂ ਕਰ ਤੁਸੀਂ 99% ਅਸੀਂ ਸੱਚ ਬੋਲਾਂਗੇ, 1% ਥੋੜਾ ਮੋਟਾ ਤਾਂ ਚੱਲ ਜਾਂਦਾ ਹੈ, ਮਾੜਾ ਮੋਟਾ ਕੀ ਹੁੰਦਾ ਇੰਨਾ ਤਾਂ ਚੱਲਦਾ, ਪਰਮੇਸ਼ਵਰ ਕਰ ਲੈ, ਹੈਲਪ ਕਰ, ਇੰਨਾ ਤਾਂ ਤੂੰ ਮੇਰਾ ਫਰੈਂਡ ਹੈ, ਚਲਾ ਲਾਂਗੇ। And sometimes we just try to say to the Lord, it's okay, just 1%. Most of the time I say the truth, but just 1% I lie. It's okay, you can manage it. But sorry to say, ਪਰਮੇਸ਼ਵਰ ਕਹਿੰਦਾ 100% ਸਾਫ਼ ਸੱਚਾਈ ਨੂੰ ਮੈਂ ਚਾਹੁੰਦਾ। And the Lord says, I want the truth and cleanness 110%. ਜੇ ਪੁਆਇੰਟ ਵੀ ਕੁਝ ਕੀਤਾ ਨਾ, ਥੋੜਾ 99.5 ਹੋਇਆ ਸਭ ਬੇਕਾਰ। And if you haven't done two things at 99.5%, but you haven't committed a little bit sin, you have done wrong everything. ਕਿਉਂਕਿ ਉਹ ਸੱਤ ਦਾ ਆਤਮਾ, Because he is the spirit of truth. ਤੇ ਸੱਤ ਦਾ ਆਤਮਾ ਸੱਤ ਨੂੰ ਹੀ ਪਿਆਰ ਕਰੇਗਾ। And the spirit of truth will love the truth. ਤੇ ਸੱਤ ਦਾ ਆਤਮਾ ਨਹੀਂ ਚਾਹੇਗਾ ਕਿ ਮੇਰੇ ਬੱਚੇ ਛੋਟਾ ਜਿਹਾ ਝੂਠ ਬੋਲ ਕੇ ਕਿਤੇ ਮੁਕਤੀ ਨੂੰ ਗਵਾ ਨਾ ਲੈਣ। And the spirit of truth won't like
children should lie and forsake their salvation. ਆਪਣੇ ਅੰਦਰ ਉਹ ਛੋਟੀ ਜਿਹੀ ਆਵਾਜ਼ ਆਉਂਦੀ ਹੁੰਦੀ ਹੈ ਜਦੋਂ ਆਪਾਂ ਕੁਝ ਗਲਤ ਕਰਨ ਲੱਗਦੇ ਆ, ਪਰ ਆਪਾਂ ਕੀ ਕਰਦੇ, ਨਹੀਂ ਨਹੀਂ ਇਹ ਤਾਂ ਆਪਣੀ ਸੋਚ ਹੋਣੀ ਹੈ। And yeah, the Holy Spirit talk to us whenever we do wrong things, and we say like it's okay, it's just our thoughts. ਉਹ ਬਾਰ-ਬਾਰ ਤੁਹਾਡੇ ਦਿਲ ਤੇ ਨੌਕ ਕਰਦਾ, ਡੋਂਟ ਡੂ ਇਟ, ਡੋਂਟ ਡੂ ਇਟ। And he knocks every time on your heart, and on the door of your heart, and says don't do it. ਪਰ ਉਹ ਏਰੀਆ ਤੁਹਾਡਾ ਜਿਹੜਾ ਹੈ ਪਵਿੱਤਰ ਆਤਮਾ ਮਦਦ ਕਰਨਾ ਚਾਹੁੰਦਾ, ਪਰ ਤੁਸੀਂ ਉਹਨੂੰ ਇਗਨੋਰ ਕਰਕੇ ਆਪਣੀ ਸੋਚ ਨਾਲ ਫਲੈਸ਼ ਵਿੱਚ ਆ ਕੇ ਜਦੋਂ ਸਟੈਪ ਲੈ ਲੈਂਦੇ ਆ ਤਾਂ ਫਿਰ ਉਹ ਦੁਖੀ ਹੁੰਦਾ। And in that situation, the Holy Spirit wants to help you, but whenever you ignore him and you try to act according to you, he gets hurt. ਹੁਣ ਮੈਂ ਛੋਟਾ ਜਿਹਾ ਐਗਜ਼ਾਮਪਲ ਤੁਹਾਡੇ ਤੋਂ ਪੁੱਛੂੰਗੀ, ਜਿਹੜਾ ਆਪਾਂ ਕੰਮਾਂ ਤੇ ਜਾਂਦੇ ਆ, ਆਪਾਂ ਕੀ ਕਰਦੇ ਆ, ਅੱਛਾ ਜੇ ਕਦੇ ਕਿਤੇ ਨਹੀਂ ਜਾਣਾ ਕਿਸੇ ਨੇ, ਆਪਾਂ ਸਿੱਕ ਕਾਲ ਕਰ ਲੈਂਦੇ ਆ। And whenever we don't want to go to our job, we just give a sick call. ਆਪਾਂ ਸਿੱਕ ਕਾਲ ਕਰ ਲੈਂਦੇ, ਕੋਈ ਗੱਲ ਨਹੀਂ, ਉਹਨਾਂ ਨੂੰ ਥੋੜਾ ਪਤਾ ਲੱਗੂਗਾ, ਉਹ ਤਾਂ ਅਸੀਂ ਤਾਂ ਸਿੱਕ ਕਾਲ ਕਰ ਲਈ ਹੈ ਨਾ। And we're like, it's okay, they're not going to know it because we will say that we are sick, it's okay. ਪਰ ਜਿਹੜਾ ਅੰਦਰ ਬੈਠਾ ਉਹਨੂੰ ਤਾਂ ਨਹੀਂ ਤੁਸੀਂ ਬੇਵਕੂਫ ਬਣਾ ਸਕਦੇ ਨਾ। And one who is living inside you, you cannot deceive him. ਤੇ ਇਸ ਤੇ ਉਹ ਸ਼ੋਕਿਤ ਹੁੰਦਾ, ਇਸ ਤੇ ਉਹਦਾ ਦਿਲ ਦੁਖਦਾ ਪਵਿੱਤਰ ਆਤਮਾ। And he grieved by these things. ਆਪਾਂ ਵਚਨ ਵਿੱਚੋਂ ਦੇਖਦੇ ਹਾਂ ਅਫਸੀਆਂ ਦੀ ਕਿਤਾਬ 4:25, Ephesians 4 chapter 4 verse 25. Therefore, putting away lying, let each one of you speak truth with his neighbor, for we are members of one another. ਆਪਾਂ ਨੂੰ ਪਰਮੇਸ਼ਰ ਦਾ ਵਚਨ ਹੀ ਦੱਸ ਰਿਹਾ ਕਿ ਆਪਾਂ ਸੱਚ ਬੋਲੀਏ। ਆਪਾਂ ਨੂੰ ਪਤਾ, ਆਪਾਂ ਨੂੰ ਪਰਮੇਸ਼ਰ ਨੇ ਕੀ ਕਿਹਾ ਕਿ ਤੁਸੀਂ ਜਗ ਦੇ ਚਾਨਣ ਹੋ, ਜਗ ਦੇ ਨੂਣ ਹੋ। ਤੁਸੀਂ ਸਾਰਿਆਂ ਨੂੰ ਪਤਾ, ਜਿੱਥੇ ਤੁਸੀਂ ਕੰਮ ਕਰਦੇ ਹੋ, ਜੇ ਤੁਸੀਂ ਦੱਸਿਆ ਹੋਇਆ ਕਿ ਮੈਂ ਮਸੀਹ ਹਾਂ, ਮੈਂ ਮਸੀਹ ਤੇ ਵਿਸ਼ਵਾਸ ਰੱਖਦੀ ਹਾਂ, ਯਿਸੂ ਮਸੀਹ ਜੀ ਮੇਰੇ ਮੁਕਤੀਦਾਤਾ ਨੇ, ਤੇ ਜੇ ਤੁਸੀਂ ਛੋਟੇ ਛੋਟੇ ਝੂਠ ਬੋਲਦੇ ਹੋ ਤਾਂ ਤੁਸੀਂ ਆਪਣੇ ਪਿਤਾ ਦੀ ਬੇਇੱਜ਼ਤੀ ਕਰ ਰਹੇ ਹੋ। ਪਰਮੇਸ਼ਰ ਦਾ ਆਤਮਾ ਸ਼ੋਕਿਤ ਹੁੰਦਾ। And as we know that as we have told our colleagues or the people around us that we are the believers, and when they came to that we are doing the wrong things and we are lying, we are insulting our Father and Lord God. ਪਰਮੇਸ਼ਰ ਦੇ ਆਤਮਾ ਨੂੰ ਦੁੱਖ ਹੁੰਦਾ ਜਦੋਂ ਉਹਦੇ ਬੱਚੇ ਆਪਣੇ ਸਵਾਰਥ ਲਈ ਕੋਈ ਝੂਠ ਬੋਲਦੇ ਨੇ। And the Holy Spirit gets hurt when the people lie for their selfishness. ਤੇ ਪਰਮੇਸ਼ਰ ਕਹਿੰਦਾ ਮੈਂ ਤਾਂ ਤੁਹਾਨੂੰ ਜਗ ਦਾ ਨੂਣ ਸੱਦਿਆ, ਮੈਂ ਤਾਂ ਤੁਹਾਨੂੰ ਜਗ ਦਾ ਚਾਨਣ ਸੱਦਿਆ। And Lord says, I called you the salt and the light of the earth. ਇਹਨਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਆਪਾਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ, ਇਹ ਬਹੁਤ ਵੱਡੀ ਗੱਲਾਂ ਨੇ, ਤਾਂ ਹੀ ਸਾਡਾ ਸਪਿਰਚੁਅਲ ਲਾਈਫ 'ਚ ਅਸੀਂ ਅੱਗੇ ਨਹੀਂ ਵੱਧਦੇ। ਤਾਂ ਆਪਾਂ ਫਿਰ ਦੋਸ਼ ਦਿੰਦੇ ਹਾਂ ਪਰਮੇਸ਼ਰ ਸਾਨੂੰ ਇੰਨੇ ਸਾਲ ਹੋ ਗਏ ਆਇਆ ਨੂੰ, ਸਾਡੀ ਜ਼ਿੰਦਗੀ 'ਚ ਤਾਂ ਕੁਝ ਹੋ ਹੀ ਨਹੀਂ ਰਿਹਾ, ਅਸੀਂ ਉੱਥੇ ਦੇ ਉੱਥੇ ਖੜੇ ਹਾਂ, ਤੂੰ ਇਸਤੇਮਾਲ ਕਿਉਂ ਨਹੀਂ ਕਰਦਾ। ਪਰ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਛੋਟੀ ਛੋਟੀ ਚੀਜ਼ਾਂ ਨੂੰ ਜੋ ਅੰਦਰ ਬੈਠਾ ਉਹ ਦੇਖ ਰਿਹਾ, ਜੋ ਤੁਸੀਂ ਕਰ ਰਹੇ ਹੋ ਉਹਨੂੰ ਪਸੰਦ ਨਹੀਂ। Sometimes we think these are the small things and we just ignore it, but these becomes a big hindrance into our growth into the Lord. And we say, Lord, you don't help us, but we don't look into ourselves that what we are doing. ਸੋ ਅਗਲਾ ਪੁਆਇੰਟ ਜਿਹੜਾ ਸ਼ੇਅਰ ਕਰਨ ਜਾ ਰਹੇ ਕਿ ਪਵਿੱਤਰ ਆਤਮਾ ਕਿਸ ਹੋਰ ਚੀਜ਼ ਨਾਲ ਸ਼ੋਕਿਤ ਹੁੰਦਾ, ਜਦੋਂ ਆਪਾਂ ਕਿਸੇ ਝੂਠੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ ਹਾਂ। ਆਪਾਂ ਨੂੰ ਜਦੋਂ ਵਚਨ ਦਾ ਪਤਾ ਹੁੰਦਾ ਜਾਂ ਵਚਨ ਦੀ ਇੰਨੀ ਕਈਆਂ ਨੂੰ ਪਤਾ ਨਹੀਂ ਹੁੰਦਾ, ਆਪਾਂ ਗੱਲਾਂ ਸੁਣ ਕੇ ਉਸ ਚੀਜ਼ ਤੇ ਵਿਸ਼ਵਾਸ ਕਰ ਲੈਂਦੇ ਹਾਂ ਜੋ ਵਚਨ ਦੇ ਅਕੋਰਡਿੰਗ ਨਹੀਂ ਹੁੰਦੀਆਂ। And another thing that we grieve the Holy Spirit by when we fall for deception. ਆਪਾਂ ਵਚਨ ਵਿੱਚੋਂ ਦੇਖਾਂਗੇ Ephesians chapter 5 verse 6. Let no one deceive you with empty words, because of these things the wrath of God comes upon the sons of disobedience. ਪਰਮੇਸ਼ਰ ਆਪਣੇ ਵਚਨਾਂ ਦੇ ਲਈ ਬਹੁਤ ਸੀਰੀਅਸ ਹੈ। ਪਰਮੇਸ਼ਰ ਆਪਣੇ ਵਚਨ ਨੂੰ ਬਹੁਤ ਪਿਆਰ ਕਰਦਾ। And Lord is very serious and He loves His word. ਔਰ ਪਰਮੇਸ਼ਰ ਦੇ ਵਚਨਾਂ ਨੂੰ ਜਿਹੜਾ ਅਸੀਂ ਕਦੇ ਖੋਲ ਕੇ ਦੇਖਿਆ ਹੀ ਨਹੀਂ, ਜਾਣਿਆ ਨਹੀਂ ਕਿ ਪਰਮੇਸ਼ਰ ਦਾ ਵਚਨ ਕੀ ਕਹਿੰਦਾ, ਤਾਂ ਹੀ ਆਪਾਂ ਛੇਤੀ ਡਿਸੀਵ ਹੋ ਜਾਂਦੇ ਹਾਂ ਦੂਜੀਆਂ ਗੱਲਾਂ 'ਚ ਜੋ ਪਰਮੇਸ਼ਰ ਦੇ ਵਚਨਾਂ ਤੋਂ ਅਗੇਂਸਟ ਲੋਕੀ ਬਾਹਰ ਕਰਦੇ ਨੇ। And because we haven't tried to know the word of God, that's why we get deceptive by the other people. ਸੋ ਇਸ ਕਰਕੇ ਪਰਮੇਸ਼ਰ ਕਿਉਂ ਬਾਰ-ਬਾਰ ਕਹਿੰਦਾ ਕਿ ਨਿਤ ਰੋਜ਼ ਦੀ ਰੋਟੀ ਇਹ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਜਦੋਂ ਵਚਨ ਇਹ ਅੰਦਰ ਜਾਊਗਾ, ਜਦੋਂ ਮੇਰੇ ਬੱਚੇ ਬਾਹਰ ਜਾਣਗੇ ਤਾਂ ਪਵਿੱਤਰ, ਜਦੋਂ ਤੁਹਾਡੇ ਅੱਗੇ ਕੋਈ ਇਹੋ ਜਿਹੀ ਟੈਂਪਟੇਸ਼ਨ ਆਏਗੀ,
ट्रायल आऊगा, जे थोड़े अंदर वचन होगा तो पवित्र आत्मा उस वचन के राही थोनू दसेगा कि नहीं ये ठीक नहीं हैगा, ये झूठ है, तू तो यकीन नहीं करना। क्यों? जो थोड़े वचन अंदर होगा। And that's why we call the word of God our daily bread, because whenever we will be filled by the word of God, it will teach us whatever is good or bad for us. पाकरू हमेशा साडी मदद करता है कि असी गलती करन तो बचे रहिए। And Holy Spirit always help us that we should not make a mistake. सो ये चीज़ां साडे हाथ च ने, पर असी अपना पार्ट नहीं करते। परमेश्वर तो कंप्लीट है, पर असी अपना पार्ट नहीं करते। तो पवित्र आत्मा जो आपां नहीं करते तो वह दिल शोकित होंदा है कि प्रभु ने तो ये लिए बहुत कुछ सोचा, पर मैं मदद नहीं कर सकता क्योंकि ये चीज़ां नहीं कर रहा। And these things are into our hands, but when we do not play our part, the Holy Spirit, we grieve the Holy Spirit, and Lord is like, I tried to help him, but he didn't get my help. दूजी चीज़ जिहदे पिछे जिहदे नाल परमेश्वर दा आत्मा शोकित होंदा है, चोरी। And we grieve the Holy Spirit by stealing too. ये सारे पाप ने। And these are the sins. ਆਪਾਂ ਜਦੋਂ ਕੋਈ ਛੋਟੀ ਛੋਟੀ ਚੋਰੀ ਕਰਦੇ ਆ ਕੀ ਪਤਾ ਲੱਗਦਾ ਹੈ ਇੱਥੇ, ਕਿਉਂਕਿ ਆਪਾਂ ਜਿੱਥੋਂ ਪਿੱਛੋਂ ਆਇਆ ਕਿਸੇ ਦੀ ਇਹ ਚੀਜ਼ ਇਹ ਪਰਸਨ ਟੂ ਪਰਸਨ ਡਿਪੈਂਡ ਕਰਦਾ। ਪਵਿੱਤਰ ਆਤਮਾ ਨੂੰ ਪਤਾ ਕਿ ਇਸ ਕਮਜ਼ੋਰੀ ਵਿੱਚੋਂ ਇਸ ਬੰਦੇ ਨੂੰ ਕਿੱਦਾਂ ਡਿਲੀਵਰ ਕਰਨਾ। And we are like, it's okay, these are just a small thing, I stole only a small thing, it doesn't matter, but Lord know that how he gonna clean us. ਅਸੀਂ ਪਾਕਰੂ ਤੋਂ ਕੁਝ ਵੀ ਨਹੀਂ ਛੁਪਾ ਸਕਦੇ। We cannot hide anything from the Holy Spirit. ਜੇ ਆਪਾਂ ਨੂੰ ਪਰਮੇਸ਼ਰ ਦਾ ਹੁਕਮ ਹੈ ਕਿ ਆਪਣਾ ਦਸਵੰਧ ਪੂਰਾ ਲੈ ਕੇ ਆ, ਜੇ ਆਪਾਂ ਉਹਦੇ ਵਿੱਚ ਵੀ ਆਪਾਂ ਪਰਮੇਸ਼ਰ ਨਾਲ ਕਹਿੰਦੇ ਆ ਕਿ ਪ੍ਰਭੂ ਜੀ ਉਹ ਜਾਣਦਾ ਸਾਡੀਆਂ ਹੋੜਾਂ ਨੂੰ, ਪਰ ਉਹਦਾ ਹੁਕਮ ਹੈ। ਜੇ ਆਪਾਂ ਆਪਣੇ ਆਪ ਦੇ ਨਾਲ ਹੀ ਪਰਮੇਸ਼ਰ ਦੇ ਨਾਲ ਆਪਾਂ ਝੂਠ ਬੋਲਦੇ ਆ ਕਿ ਪ੍ਰਭੂ ਜੀ ਨਹੀਂ ਆ, ਤਾਂ ਪਰਮੇਸ਼ਰ ਦੇ ਆਤਮਾ ਨੂੰ ਚੰਗਾ ਨਹੀਂ ਲੱਗਦਾ। And as we know that if when we try to steal or we do not give a proper offering and tithe, we hurt the Holy Spirit. ਫਿਰ ਆਪਾਂ ਕਹਿੰਦਾ ਕਿ ਸਾਡੇ ਫਾਈਨੈਂਸਿਸ ਵਿੱਚ ਕਿਉਂ ਨਹੀਂ ਅੱਗੇ ਵਧ ਰਹੇ, ਕਿਉਂ ਨਹੀਂ ਕੁਝ ਹੋ ਰਿਹਾ, ਕਿਉਂਕਿ ਅਸੀਂ ਟਾਈਡਿੰਗ ਵਿੱਚ ਆਫਰਿੰਗ ਵਿੱਚ ਫੇਥਫੁਲ ਨਹੀਂ ਹੈਗੇ। And then we say like why we are not get the blessings for the finances, because we are not the faithful in offering. ਕਿਉਂਕਿ ਪਰਮੇਸ਼ਰ ਦਾ ਨੇ ਤਾਂ ਕਿਹਾ ਕਿ ਆਪਣਾ ਪੂਰਾ ਦਸਵੰਧ ਤੂੰ ਮੇਰੇ ਘਰ ਵਿੱਚ ਲੈ ਕੇ ਆ। ਜਦੋਂ ਆਪਾਂ ਉਸ ਨੂੰ ਓਬੇ ਕਰਦੇ ਆ ਤਾਂ ਪਰਮੇਸ਼ਰ ਉਸ ਨੂੰ ਬਰਕਤ ਦਿੰਦਾ। And as Lord says, bring your full tithe into my house and I will bless you. ਸੋ ਆਪਾਂ ਐਕਟਸ ਦੀ ਬੁੱਕ ਵਿੱਚੋਂ ਪੜ੍ਹਦੇ ਆ ਚੈਪਟਰ 5 ਵਰਸ 1 to 10। ਆਪਾਂ ਨੂੰ ਇਹ ਸਟੋਰੀ ਸਾਰਾ ਪਤਾ ਹੈ ਕਿ ਸਫੀਰਾ ਤੇ ਜਿਹੜਾ ਉਹਨਾਂ ਹਸਬੈਂਡ ਸੀ ਉਹਨਾਂ ਨੇ ਪ੍ਰਾਪਰਟੀ ਵੇਚੀ ਸੀ ਤੇ ਉਹਨਾਂ ਨੇ ਅਪੋਸਟਲਸ ਨੂੰ ਆ ਕੇ ਕਹਿੰਦਾ ਜੀ ਇੰਨਾ ਕੀ ਮਿਲਿਆ ਪ੍ਰਾਪਰਟੀ ਚੋਂ, ਆਹੀ ਤੁਹਾਡੇ ਅਸੀਂ ਚਰਨਾਂ 'ਚ ਰੱਖਤਾ। ਤੇ ਪਤਰਸ ਕਹਿੰਦਾ ਤੂੰ ਪਵਿੱਤਰ ਆਤਮਾ ਨੂੰ ਝੂਠ ਬੋਲਿਆ, ਤੂੰ ਪਵਿੱਤਰ ਆਤਮਾ ਨੂੰ ਝੂਠ ਬੋਲਿਆ। ਉਸੇ ਵਕਤ ਹੀ ਪਵਿੱਤਰ ਪਰਮੇਸ਼ਵਰ ਦਾ ਗੁੱਸਾ ਉਹਨਾਂ ਤੇ ਆਇਆ ਤੇ ਉਹ ਬੰਦਾ ਉਸੇ ਟਾਈਮ ਮਰ ਗਿਆ। ਤੇ ਉਸ ਤੋਂ ਬਾਅਦ ਉਹਦੀ ਵਾਈਫ ਆਈ ਤੇ ਉਹਨੂੰ ਵੀ ਪਤਰਸ ਨੇ ਇਹੀ ਕੁਐਸਚਨ ਪੁੱਛਿਆ ਵੀ ਕਿੰਨੇ ਦੀ ਵੇਚੀ, ਕਹਿੰਦੇ ਜੀ ਇੰਨਾ ਕੀ ਮਿਲਿਆ। ਉਹ ਕਹਿੰਦਾ ਤੂੰ ਵੀ ਪਵਿੱਤਰ ਆਤਮਾ ਨੂੰ ਝੂਠ ਬੋਲਿਆ। ਤੇ ਉਹਦਾ ਪਰਮੇਸ਼ਵਰ ਦਾ ਗੁੱਸਾ ਉੱਥੇ ਆਇਆ ਤੇ ਉਹ ਦੋਵੇਂ ਜਣੇ ਉੱਥੇ ਮਰ ਗਏ। ਆਪਾਂ ਇਹਨੂੰ ਵਚਨ ਚੋਂ ਪੜ੍ਹਦੇ ਹਾਂ, Acts chapter 5 verse 1 to 10. But a certain man named Ananias with the Sapphira his wife sold a possession, and he kept back part of the proceeds, his wife also being aware of it, and brought a certain part and laid it at the apostles' feet. But Peter said, Ananias, why has Satan filled your heart to lie to the Holy Spirit and keep back part of the price of the land for yourself? While it remained, was it not for your own? And after it was sold, was it not in your own control? Why have you conceived this thing in your heart? You have not lied to men but to God. Then Ananias, hearing these words, fell down and breathed his last. So great fear came upon all those who heard these things. And the young man arose and wrapped him up, carried him out and buried him. Now it was about 3 hours later when his wife came in, not knowing what had happened. And Peter answered her, tell me whether you sold the land for so much. She said, yes, for so much. And then Peter said to her, how is it that you have agreed together to test the Spirit of the Lord? Look, the feet of those who have buried your husband are at the door, and they will carry you out.
Then immediately she fell down at his feet and breathed her last. And the young man came in and found her dead, and carrying her out, buried her by her husband. ਸੋ ਇੱਥੇ ਆਪਾਂ ਦੇਖਿਆ ਕਿ ਪਵਿੱਤਰ ਆਤਮਾ ਤੋਂ ਅਸੀਂ ਕੁਛ ਨਹੀਂ ਛੁਪਾ ਸਕਦੇ। ਹਰ ਚੀਜ਼ ਦੇ ਵਿੱਚ ਪਰਮੇਸ਼ਵਰ ਚਾਹੁੰਦਾ ਕਿ ਸੱਚ ਬੋਲੀਏ ਤੇ ਪਵਿੱਤਰ ਆਤਮਾ ਜਦੋਂ ਜਿਹੜੀ ਚੀਜ਼ਾਂ ਸਾਨੂੰ ਪਵਿੱਤਰ ਬਾਈਬਲ 'ਚ ਕਹੀਆਂ ਗਏ ਨੇ, ਹੁਕਮ ਦਿੱਤੇ ਗਏ ਨੇ, ਉਹਨੂੰ ਉੱਦਾਂ ਹੀ ਕਰਾਂਗੇ ਤਾਂ ਪਵਿੱਤਰ ਆਤਮਾ ਸਾਨੂੰ ਆਪਣੇ ਫਲਾਂ 'ਚ ਵਧਾਵੇਗਾ, ਆਪਣੇ ਸਪਿਰਚੁਅਲ ਗਿਫਟਸ ਵਿੱਚ ਦੇਵੇਗਾ। ਕਦੋਂ? ਉਹ ਤੁਹਾਨੂੰ ਦੇਖ ਕੇ ਦਿੰਦਾ। And as we know that we cannot receive the Holy Spirit, whenever we obey the commands of the Lord, He will give us the fruits of Holy Spirit. ਸੋ ਇੱਥੇ ਇਹ ਚੀਜ਼ ਨਹੀਂ ਜਿਵੇਂ ਆਪਾਂ ਕੰਮਾਂ ਤੇ ਜਾਂਦੇ ਹਾਂ, ਮੈਨੂੰ ਇੰਨੇ ਸਾਲ ਹੋ ਗਏ, ਪ੍ਰਮੋਸ਼ਨ ਮਿਲਣੀ ਚਾਹੀਦੀ ਹੈ। ਇੱਥੇ ਸਾਲਾਂ ਦੀ ਗੱਲ ਨਹੀਂ, ਇੱਥੇ ਓਬੀਡੀਐਂਸ ਦਾ ਮੈਟਰ ਹੈ। And it's not like the promotion that you got from your job, it's about all about the obedience. ਜਿੰਨਾ ਤੁਸੀਂ ਪਰਮੇਸ਼ਵਰ ਦੇ ਵਚਨਾਂ ਨਾਲ ਓਬੀਡੀਐਂਟ ਹੋਵੋਗੇ, ਪਾਕ ਰੂਹ ਦੀ ਸਹਿਭਾਗਤਾ ਨਾਲ ਤੁਸੀਂ ਅੱਗੇ ਵਧੋਗੇ, ਉਹਨਾਂ ਨੂੰ ਦੇਖ ਕੇ ਪਵਿੱਤਰ ਆਤਮਾ ਨੇ ਤੁਹਾਨੂੰ ਤੁਹਾਡੇ ਫਲਾਂ 'ਚ ਵਧਾਉਣਾ ਹੈ, ਤੁਹਾਨੂੰ ਉਹ ਸਪਿਰਚੁਅਲ ਗਿਫਟਸ ਦੇਣੇ ਨੇ ਜਿਹਦੇ ਰਾਹੀਂ ਪਰਮੇਸ਼ਵਰ ਤੁਹਾਨੂੰ ਇਸਤੇਮਾਲ ਕਰਕੇ ਆਪਣੀ ਮਹਿਮਾ ਦੇ ਲਈ ਤੁਹਾਨੂੰ ਵਧਾਊਗਾ ਤਾਂ ਕਿ ਪਰਮੇਸ਼ਵਰ ਦਾ ਨਾਮ ਉੱਚਾ ਹੋਵੇ। And as long as you will be obedient to the Lord and you will get the help from the Holy Spirit, Lord will make you grow into the Word of God. ਜਿਹੜਾ ਇਹ ਬਾਈਬਲ ਹੈ, ਇਹ ਪਰਮੇਸ਼ਵਰ ਦੇ ਪਵਿੱਤਰ ਆਤਮਾ ਦੀ ਇਨਸਪਾਇਰੇਸ਼ਨ ਦੇ ਨਾਲ ਇਹ ਲਿਖੀ ਗਈ ਹੈ। ਪਾਕ ਰੂਹ ਇਸ ਦੇ ਆਥਰ ਨੇ। And the Holy Spirit is the author of the Bible. ਜਦੋਂ ਆਪਾਂ ਨਵੇਂ ਆਉਂਦੇ ਹਾਂ ਪਰਮੇਸ਼ਵਰ 'ਚ, ਜਦੋਂ ਆਪਾਂ ਬਾਈਬਲ ਖੋਲ੍ਹਦੇ ਹਾਂ, ਆਪਾਂ ਨੂੰ ਬਾਈਬਲ ਦੀ ਕੋਈ ਸਮਝ ਨਹੀਂ ਆਉਂਦੀ ਵੀ ਕੀ ਲਿਖਿਆ, ਕੀ ਪੜ੍ਹਿਆ, ਆਪਾਂ ਕਹਿੰਦੇ ਤਾਂ ਸਮਝ ਹੀ ਨਹੀਂ ਲੱਗ ਰਹੀ। And when we are new into the Christianity and we try to read the Bible and we say like I cannot understand anything. ਪਰ ਇਹ ਬਾਈਬਲ ਨੂੰ ਉਦੋਂ ਸਮਝਿਆ ਜਾ ਸਕਦਾ ਜਦੋਂ ਤੁਸੀਂ ਪਾਕ ਰੂਹ ਨੂੰ ਕਹੋਗੇ, ਦੁਆ ਕਰੋਗੇ ਕਿ ਪਵਿੱਤਰ ਆਤਮਾ ਜੀਓ ਮੈਨੂੰ ਮੇਰੀ ਮਦਦ ਕਰ। ਅੱਜ ਮੈਂ ਜਦੋਂ ਇਹ ਵਚਨ ਪਰਮੇਸ਼ਵਰ ਮੈਂ ਖੋਲ੍ਹਾਂ, ਪਵਿੱਤਰ ਆਤਮਾ ਆਪਣਾ ਚਾਨਣ ਮੈਨੂੰ ਦਿਓ ਤਾਂ ਕਿ ਸਮਝ ਆਵੇ ਕਿ ਕੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। Always bring Holy Spirit in the scene. ਉਹਨੂੰ ਆਪਣੇ ਨਾਲ ਲੈ ਕੇ ਜਾਓ ਕਿ ਪਾਕ ਰੂਹ ਦੀ ਮਦਦ ਨਾਲ ਤੁਸੀਂ ਬਾਈਬਲ ਨੂੰ ਖੋਲੋਗੇ ਤਾਂ ਪਵਿੱਤਰ ਆਤਮਾ ਨੇ ਤੁਹਾਨੂੰ ਚਾਨਣਾ ਦੇਣਾ ਆਪਣੇ ਵਚਨਾਂ ਦਾ। And whenever you try to open the Word of God and you read it, just ask the help from the Holy Spirit and He will teach you from the Word. ਜਿਹੜੀ ਹੋਰ ਚੀਜ਼ ਪਰਮੇਸ਼ਵਰ ਦੀ ਆਤਮਾ ਨੂੰ ਦੁਖੀ ਕਰਦੀ ਹੈ, ਉਹ ਚੀਜ਼ ਹੈ ਜੋ ਆਪਾਂ ਅਕਸਰ ਕਾਫੀ ਜਾਣੇ ਇਹਦੇ ਵਿੱਚ ਆਉਂਦੇ ਹਾਂ ਕਿ ਆਪਾਂ ਜਦੋਂ ਪਵਿੱਤਰ ਆਤਮਾ ਨੂੰ ਫੋਰਸ ਕਰਦੇ ਹਾਂ ਉਹ ਚੀਜ਼ਾਂ ਨੂੰ ਵੇਖਣ ਲਈ, ਉਹ ਚੀਜ਼ਾਂ ਨੂੰ ਸੁਣਨ ਲਈ ਜਿਹੜੀ ਪਵਿੱਤਰ ਆਤਮਾ ਦੀ ਮਰਜ਼ੀ ਜਾਂ ਜੋ ਪਰਮੇਸ਼ਵਰ ਦੀ ਮਰਜ਼ੀ ਨਹੀਂ ਹੈ। And we grieve the Holy Spirit by forcing Him to see and to do the things that are opposed to His will. ਹੁਣ ਆਪਾਂ ਨੂੰ ਪਤਾ ਕਿ ਆਪਾਂ ਮੀਡੀਆ ਆਪਣੇ ਬੱਚਿਆਂ ਕੋਲ ਸਾਰਿਆਂ ਕੋਲ ਇਟਸ ਲਾਈਕ ਕਿ ਕਿੰਨਾ ਐਕਸਪੋਜ਼ਰ ਦਿੱਤਾ, ਆਪਣੇ ਹੱਥਾਂ ਦੇ ਵਿੱਚ ਹੀ ਇੰਨਾ ਕੁਝ ਆ ਗਿਆ ਕਿ ਕੁਝ ਵੀ ਖੋਲ੍ਹ ਕੇ ਦੇ ਸਕਦੇ ਹਾਂ। ਪਰ ਜਿਹੜੇ ਅਸੀਂ ਮਸੀਹ ਦੀ ਆਤਮਾ ਪਾਏ ਹੋਏ ਲੋਕ ਆ, ਅਸੀਂ ਸਭ ਕੁਝ ਨਹੀਂ ਕਰ ਸਕਦੇ, ਅਸੀਂ ਸਭ ਕੁਝ ਸੁਣ ਨਹੀਂ ਸਕਦੇ, ਅਸੀਂ ਸਭ ਕੁਝ ਦੇਖ ਨਹੀਂ ਸਕਦੇ, ਅਸੀਂ ਹਰ ਥਾਂ ਤੇ ਜਾ ਨਹੀਂ ਸਕਦੇ। And as we are the believers, we cannot go and watch those things that other people do in the outside world. ਜਦੋਂ ਤੁਸੀਂ ਫੋਨ ਖੋਲ੍ਹਦੇ ਹੋ, ਟੈਲੀ ਦੇਖਦੇ ਹੋ, ਤੁਹਾਡੇ ਬੱਚੇ ਦੇਖਦੇ ਨੇ, ਬਹੁਤ ਚੀਜ਼ਾਂ ਨੇ ਜੋ ਤੁਹਾਨੂੰ ਲਸਟ ਵਿੱਚ ਗੇਰ ਦੇਣੀਆਂ ਨੇ, ਫੋਰਨੀਕੇਸ਼ਨ 'ਚ ਗੇਰਦੀਆਂ ਨੇ। And there are so many things on the social media that can be put into the fornication or into the ਜਾਂ ਤੁਸੀਂ ਇਹੋ ਜਿਹੇ ਸੈਕੂਲਰ ਸੌਂਗਸ, ਬਾਹਰਲੇ ਗਾਣੇ, ਗੀਤ ਸੁਣਦੇ ਹੋ, ਜਾਂ ਜਿਹੜੇ ਤੁਸੀਂ ਟੀਵੀ ਦੇ ਜਿਹੜੇ ਪ੍ਰੋਗਰਾਮਸ ਆਉਂਦੇ ਨੇ ਉਹਨਾਂ ਨੂੰ ਦੇਖਦੇ ਹੋ ਜਿਹਦੇ ਵਿੱਚ ਕੀ ਹੁੰਦਾ, ਹੇਟਰਡ ਹੀ ਦਿਖਦੀ ਹੁੰਦੀ ਉਹਦੇ ਵਿੱਚ, ਹੇਟਰਡ ਦਾ ਮੈਸੇਜ ਹੀ ਹੁੰਦਾ ਮੋਸਟ ਆਫ ਦਾ ਟਾਈਮ। Or sometimes you watch the TV serials or shows that spread the hatred out in outside world. ਜਾਂ ਜਿਹੜੇ ਬੱਚੇ ਤੁਹਾਡੇ ਗੇਮਸ ਖੇਡਦੇ ਨੇ, ਆਹ ਜਿਹੜਾ ਆਪਾਂ ਐਕਸਬੌਕਸ ਲਾ ਦਿੰਦੇ ਆ, ਕੀ ਲਗਾ ਦਿੰਦੇ ਆ, ਜੋ ਵੀ ਹੈ, ਬੱਚੇ ਉਹਦੇ ਨਾਲ ਗਾਂਜੇ ਨਾਲ ਦਾ ਵਾਇਲੈਂਸ ਜਿਹੜੀਆਂ ਗੇਮਸ ਖੇਡਦੇ ਨੇ, ਇਹ ਸਾਰੀਆਂ ਚੀਜ਼ਾਂ ਪਰਮੇਸ਼ਵਰ ਦੇ ਆਤਮਾ ਨੂੰ ਸ਼ੋਕਿਤ ਕਰਦੀਆਂ ਨੇ। And whenever we give our kids those games to play, those that are not good for their mental and for their spiritual life, by these things we grieve the Holy Spirit. ਫਿਰ ਆਪਾਂ ਕਹਿੰਦੇ ਕਿ ਸਾਡਾ ਨਿਆਣਾ ਸਾਡੀ ਗੱਲ ਨਹੀਂ ਸੁਣਦਾ, ਇਹ ਤਾਂ ਜਿੱਦੀ ਬਹੁਤ ਹੋ ਗਿਆ, ਇਹ ਤਾਂ ਇੱਦਾਂ ਹੋ ਗਿਆ, ਇੱਦਾਂ ਹੋ ਗਿਆ। ਪਰ ਗੱਲ ਕੀ ਕਿ ਤੁਸੀਂ ਆਪ ਹੀ ਹੱਥਾਂ 'ਚ ਤਾਂ ਦੇ ਦਿੱਤਾ।
ਨਿਆਣਾ ਕੀ ਕਰੂਗਾ? And then we say that, oh, our kid doesn't listen to us because it is all your fault that you made them like this. ਪਾਖਰੂ ਤੋਂ ਪੁੱਛਿਆ, ਪਾਖਰੂ ਕੀ ਮੈਂ ਲਾ ਕੇ ਦੇਵਾਂ ਇਹਨੂੰ, ਕੀ ਦੇਵਾਂ? ਪਵਿੱਤਰ ਆਤਮਾ ਤੋਂ ਆਪਾਂ ਕੁਛ ਨਹੀਂ ਪੁੱਛਦੇ ਜੀ। ਪਵਿੱਤਰ ਆਤਮਾ ਵਿਚਾਰਾ ਇੱਦਾਂ ਹੀ ਖੜਾ ਰਹਿ ਜਾਂਦਾ। ਮਰਜ਼ੀ ਅਸੀਂ ਆਪਦੀ ਕਰਦੇ ਹਾਂ, ਜਦੋਂ ਦੁਖੀ ਹੁੰਦੇ ਹਾਂ ਦੋਸ਼ ਆਪਾਂ ਪਰਮਾਤਮਾ ਨੂੰ ਲਾਉਂਦੇ ਹਾਂ। And have you ever asked to the Holy Spirit that what you should give to your kids to play? ਆਪਾਂ ਕਹਿ ਰਹੇ ਨਾ ਚਲੋ ਜੀ ਕੋਈ ਗੱਲ ਨਹੀਂ, ਆਪਾਂ ਇਹ ਜਿਹੀ ਮੂਵੀ ਨਹੀਂ ਦੇਖ ਰਹੇ ਜਿਹਦੇ ਵਿੱਚ ਕੋਈ ਇੱਦਾਂ ਦਾ ਹੋਵੇ, ਇੰਨਾ ਤਾਂ ਚੱਲਦਾ ਹੈ, ਆਹ ਸ਼ੋਅ ਤਾਂ ਚੱਲਦਾ, ਪਰ ਸਾਡੀ ਜ਼ਿੰਦਗੀ ਹੈ ਨਾ ਜਿਹੜੀ ਮਸੀਹਾ ਦੀ, ਜਿਹੜੀ ਪਾਕ ਰੂਹ ਦੇ ਨਾਲ ਫੈਲਾਏ ਲੋਕ ਨੇ, ਅਸੀਂ ਪਰਮੇਸ਼ਵਰ ਦੇ ਵੱਡੇ ਖੰਭਾਂ ਲਈ ਸੱਦੇ ਗਏ ਹਾਂ। And sometimes we are like, it's okay, I can watch this show because it doesn't have a bad thing, but we cannot do it because we are the chosen ones. ਕਿਉਂਕਿ ਜਿਹੜਾ ਸਾਡਾ ਮਾਈਂਡ ਹੈ ਨਾ, ਜਿਹੜੀ ਵੀ ਚੀਜ਼ ਤੁਸੀਂ ਦੇਖ ਲਓਗੇ ਕਰੋਗੇ, ਉਹ ਤੁਹਾਡੇ ਥਾਟ, ਇਹ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਚਲੀ ਜਾਂਦੇ ਨੇ। And whatever you watch, it goes into your subconscious mind. ਜੇ ਤੁਸੀਂ ਵਚਨਾਂ ਨੂੰ ਸਾਰਾ ਦਿਨ ਰਾਤ ਵਚਨ ਰੱਖੋਗੇ, ਤੁਸੀਂ ਦੇਖੋਗੇ ਦਿਨ ਰਾਤ ਪਵਿੱਤਰ ਆਤਮਾ ਤੁਹਾਨੂੰ ਥਕਾ ਦੂਗਾ ਵਚਨਾਂ ਨਾਲ ਗੱਲ ਕਰਾ ਕੇ, ਤੁਹਾਨੂੰ ਹੋਰ ਤੁਸੀਂ ਜੋਏ 'ਚ, ਤੁਸੀਂ ਤਕੜਾਈ 'ਚ ਫੀਲ ਕਰੋਗੇ। ਤੇ ਜਿੱਦਣ ਤੁਸੀਂ ਟੀਵੀ ਲਾ ਲਿਆ, ਨਿਊਜ਼ ਲਾ ਲਿਆ ਜਿੱਥੇ ਵਾਇਲੈਂਸ ਹੈ, ਹੇਟਰਡ ਹੈ, ਆ ਮਰ ਗਿਆ, ਉਹ ਹੋ ਗਿਆ, ਤੁਸੀਂ ਡਾਊਨ ਹੋ ਜਾਓਗੇ। ਤੇ ਪਵਿੱਤਰ ਆਤਮਾ ਨੇ ਤੁਹਾਡੀ ਜ਼ਿੰਦਗੀ 'ਚ ਕੋਈ ਕੰਮ ਨਹੀਂ ਕਰਨਾ, ਤੁਹਾਨੂੰ ਕੋਈ ਇਸਤੇਮਾਲ ਨਹੀਂ ਕਰਨਾ, ਬਲਕਿ ਤੁਸੀਂ ਦੁਖੀ ਹੋਵੋਗੇ। If you put the word of God into your mind, the Holy Spirit will help you to have a joy and peace of it. But on the other hand, if you go for the bad news or the bad things, you will just get hurt. ਇਹਦੀ ਪਰਸਨਲ ਐਗਜ਼ਾਮਪਲ ਮੈਂ ਆਪਣੀ ਦਿੰਦੀ ਹਾਂ। ਪਰਮੇਸ਼ਵਰ ਦੇ ਵਿੱਚ ਆਉਣ ਤੋਂ ਪਹਿਲਾਂ ਮੈਂ ਬਿਲਕੁਲ ਡਿਫਰੈਂਟ ਸੀ। ਮੈਨੂੰ ਡਾਂਸਿੰਗ ਦਾ ਸ਼ੌਕ ਸੀ, ਕਲੱਬਸ 'ਚ ਮੈਂ ਜਾਂਦੀ ਹੁੰਦੀ ਸੀ, ਸ਼ਕੀਨਨ ਮੈਂ ਹੁੰਦੀ ਸੀ, ਗੀਤ ਗਾਣੇ ਜਿਹੜੇ ਮਰਜ਼ੀ ਟੇਪ ਮੇਰੇ ਕੋਲ ਇੰਨਾ ਸੀਡੀ ਇੱਥੇ ਤੱਕ ਲੱਗਿਆ ਹੁੰਦੀਆਂ ਸੀ। ਮਤਲਬ ਇੰਨੀ ਮੈਂ ਸ਼ੌਕੀਨ ਹੁੰਦੀ ਸੀ ਬਾਹਰਲੀ ਚੀਜ਼ਾਂ, ਵਰਲਡਲੀ ਥਿੰਗਸ 'ਚ ਮੈਂ ਇੰਨੀ ਫਸੀ ਹੋਈ ਸੀਗੀ ਕਿ ਮੇਰੇ ਘਰ ਦੇ ਹੁਣ ਮੇਰਾ ਇਹ ਬਦਲਿਆ ਹੋਇਆ ਜੀਵਨ ਦੇ ਕੇ ਜਦੋਂ ਮੈਂ ਹੁਣ ਤਾਂ ਯੂਜ਼ ਟੂ ਹੋ ਗਏ, ਉਹਦਾ ਕਹਿੰਦੇ ਸੀ ਤਾਂ ਕਮਲੀ ਹੋ ਗਈ। ਪਰ ਕਿਉਂ? ਕਿਉਂਕਿ ਉਹ ਡਰਾਸਟਿਕ ਚੇਂਜ ਕਿਹਨੇ ਕੀਤਾ ਮੇਰੀ ਜ਼ਿੰਦਗੀ ਵਿੱਚ? ਪਵਿੱਤਰ ਆਤਮਾ ਜੀ। And sister used to do the bad things that other people do nowadays, and she is changed now, and her parents were surprised like how she got changed. ਫਰਾਈਡੇ ਨੂੰ ਕੰਮ ਤੋਂ ਬਾਅਦ ਜਦੋਂ ਅਸੀਂ ਇੰਗਲੈਂਡ ਹੁੰਦੇ ਸੀ, ਉੱਥੇ ਇਹ ਹੈਗਾ ਆ, ਉੱਥੇ ਰਿਵਾਜ਼ ਹੀ ਆ ਲੰਡਨ 'ਚ ਕਿ ਆਫਟਰ ਵਰਕ ਸੈਟਰਡੇ ਫਰਾਈਡੇ ਤੋਂ ਬਾਅਦ ਕੰਮ ਵਾਲਿਆਂ ਨਾਲ ਪਾਰਟੀ 'ਤੇ ਚਲੇ ਜਾਣਾ, ਸੈਟਰਡੇ ਸੰਡੇ ਘਰਦਿਆਂ ਨਾਲ ਪਾਰਟੀ, ਸੈਟਰਡੇ ਜੀ ਸੰਡੇ ਮੰਡੇ ਤੱਕ ਹੁੰਦਾ ਹੈ ਅੱਜ ਕੰਮ 'ਤੇ ਜਾਣਾ। 3 ਦਿਨ ਤਾਂ ਸਾਡੇ ਪਾਰਟੀਆਂ 'ਚ ਲੰਘ ਗਏ। ਅਤੇ ਉਹ ਜ਼ਿੰਦਗੀ 'ਚੋਂ ਮੈਂ ਪਰਮੇਸ਼ਵਰ ਨੇ ਕੱਢ ਕੇ ਜਦੋਂ ਹੁਣ ਆਹ ਦੀ ਜ਼ਿੰਦਗੀ ਵਿੱਚ ਆਉਣੀ ਆ ਤਾਂ ਕੋਈ ਯਕੀਨ ਨਹੀਂ ਮੰਨਦਾ। And I came from the life where I used to throw parties after work, and I used to do all the things that Lord doesn't like. And now I have just forsake everything, and no one believes on me. ਕਿਉਂਕਿ ਜਿਹੜੀ ਚੀਜ਼ਾਂ 'ਚੋਂ ਉਸ ਸ਼ੈਤਾਨ ਦੇ ਚੁੰਗਲ 'ਚੋਂ ਉਸ ਪਰਮੇਸ਼ਵਰ ਨੇ ਮੈਨੂੰ ਕੱਢਿਆ ਨਾ, ਉਹ ਸਿਰਫ ਉਹ ਮੈਂ ਹੀ ਜਾਣਦੀ ਹਾਂ। ਅਤੇ ਉਹ ਸ਼ਾਂਤੀ, ਉਹ ਪਿਆਰ ਅਤੇ ਉਹ ਪਰਮੇਸ਼ਵਰ ਦੇ ਨਾਲ ਰਿਸ਼ਤਾ ਜੋ ਮੇਰਾ ਬਣ ਗਿਆ ਨਾ, ਉਹਦੇ ਸਾਹਮਣੇ ਮੈਨੂੰ ਹੁਣ ਇਹ ਸਾਰੀਆਂ ਚੀਜ਼ਾਂ ਫਿੱਕੀਆਂ ਨਜ਼ਰ ਆਉਂਦੀਆਂ। I know how Lord has set me free from all those bad things, and He had formed His love with me, and now all these things are faded away in front of His love. ਜਦੋਂ ਮੈਂ ਹੁਣ ਪਿਛਲੇ ਸਾਲ ਲੰਡਨ ਵਾਪਸ ਗਈ ਸੀ ਫੈਮਿਲੀ ਨੂੰ ਮਿਲਣ ਲਈ, ਜਿਹੜੇ ਮੇਰੇ ਫੈਮਿਲੀ ਫਰੈਂਡ ਸੀ ਸਾਰੇ ਮਿਲੇ। ਸਾਰਿਆਂ ਨੂੰ ਪਤਾ ਕਿ ਮੈਂ ਪਰਮੇਸ਼ਵਰ ਦੇ ਵਿੱਚ ਆ ਗਈ ਹਾਂ ਅਤੇ ਪਰਮੇਸ਼ਵਰ ਦੀ ਸੇਵਾ ਕਰ ਰਹੀ ਹਾਂ। ਤਾਂ ਉਹਨਾਂ ਨੇ ਇੱਕੋ ਹੀ ਸਵਾਲ ਸੀ, ਇਹ ਕਿੱਦਾਂ ਹੋਇਆ? And as I went back to visit my family in London, and all of them know that I am a believer now, and they were always asking me how you get changed. ਉੱਥੇ ਮੈਨੂੰ ਮੌਕਾ ਮਿਲ ਜਾਂਦਾ ਸੀ ਪਰਮੇਸ਼ਵਰ ਦਾ ਨਾਂ ਦੱਸਣ ਨੂੰ, ਅਤੇ ਇਹ ਮੇਰੇ ਪਰਮੇਸ਼ਵਰ ਨੇ ਕੀਤਾ। ਤਾਂ ਇਹ ਸਿਰਫ ਉਹੀ ਕਰ ਸਕਦਾ, ਅੰਦਰਲਾ ਬਦਲਾਓ ਸਿਰਫ ਯਿਸੂ ਮਸੀਹ ਜੀ ਦਾ ਪਵਿੱਤਰ ਆਤਮਾ ਹੀ ਕਰ ਸਕਦਾ। And this is where I got the chance to tell them the name of the Lord, that He is the one who can do everything for us. ਮੇਰੇ ਤੋਂ ਮਾਫੀ ਦੀ ਸੀ ਦੇ ਹੁੰਦੀ ਜਿਨ੍ਹਾਂ ਨੇ ਮੇਰੇ ਨਾਲ ਗਲਤ ਕੀਤਾ,
ਮੈਂ ਗੁੱਸੇ 'ਚ ਰਹਿੰਦੀ ਸੀ, ਮੇਰੇ ਨਾਲ ਕਿਉਂ ਕੀਤਾ। ਪਰ ਇਹ ਹੌਲੀ ਹੌਲੀ ਪਵਿੱਤਰ ਆਤਮਾ ਦੇ ਨਾਲ ਸੰਗਤੀ ਕਰਕੇ ਜਦੋਂ ਮੈਨੂੰ ਪਤਾ ਲੱਗਣ ਲੱਗਾ ਕਿ ਵਚਨ ਇਹ ਕਹਿੰਦਾ, ਜਦੋਂ ਮੇਰੇ ਮਨ 'ਚ ਗੁੱਸਾ ਆਉਂਦਾ ਤਾਂ ਪਵਿੱਤਰ ਆਤਮਾ ਨੇ ਕਹਿਣਾ ਨਹੀਂ ਨਹੀਂ ਨਹੀਂ, ਵਚਨ 'ਚ ਐ ਲਿਖਿਆ, ਤੂੰ ਐ ਨਹੀਂ ਕਰਨਾ। ਉਹਨੇ ਸੰਭਾਲ ਲੈਣਾ ਤੇ ਮੈਨੂੰ ਫੇਰ ਜੇ ਮੈਂ ਇੱਧਰ ਨੂੰ ਜਾਣੀ ਤਾਂ ਮੈਨੂੰ ਇੱਧਰ ਨੂੰ ਫਿਰ ਸਿੱਧੇ ਰਾਹ ਤੇ ਕਰਨਾ। And I used to hold the grudges and I was unable to forgive others. But it is the Holy Spirit who hold me and who teach me how to forgive others. ਇਹ ਸਿਰਫ ਪਵਿੱਤਰ ਆਤਮਾ ਨਾਲ ਰਿਸ਼ਤਾ ਬਣਾ ਕੇ ਪਰਮੇਸ਼ਵਰ ਦੇ ਵਚਨਾਂ ਨੂੰ ਜਦੋਂ ਚੰਗੀ ਤਰ੍ਹਾਂ ਅੰਦਰ ਪਾ ਲੈਂਦੇ ਹਾਂ। ਮੈਂ ਉਧਰ ਜਿੱਦਣ ਆਪਾਂ ਨੂੰ ਪਾਸਟਰ ਜੀ ਆਪਾਂ ਨੂੰ ਸਟੱਡੀ ਦੇ ਰਹੇ ਸੀ, ਪਾਸਟਰ ਜੀ ਨੇ ਇਲਸਟ੍ਰੇਸ਼ਨ ਦਿੱਤੀ ਸੀ, ਜੱਗ ਦੇ ਵਿੱਚ ਪਾਣੀ ਬਿਲਕੁਲ ਉੱਪਰ ਤੱਕ ਸੀਗਾ ਕਿ ਜੇ ਮਤਲਬ ਉੱਦਾਂ ਹੀ ਸਾਡੀਆਂ ਸੋਚਾਂ ਨੇ, ਜਿਹੜੀ ਚੀਜ਼ ਨੂੰ ਤੁਸੀਂ ਇੱਥੇ ਪਾਲੋਗੇ ਉਹਨੇ ਤੁਹਾਡੇ ਮਾਈਂਡ ਨੂੰ, ਤੁਹਾਡੀਆਂ ਸੋਚਾਂ ਨੂੰ ਕੰਟਰੋਲ ਕਰ ਲੈਣਾ। ਜੇ ਤੁਸੀਂ ਇੱਥੇ ਵਚਨ ਨੂੰ ਪਾਇਆ ਹੋਇਆ ਨਾ ਤਾਂ ਪਵਿੱਤਰ ਆਤਮਾ ਤੁਹਾਨੂੰ ਕਦੇ ਡਿੱਗਣ ਨਹੀਂ ਦੇਊਗਾ। And whatever you put into your mind, it will control you. And if you are holding the Holy Spirit into your heart, it will never let you fall. ਮੈਂ ਜਲਦੀ ਹੋਈ ਥੋੜੇ ਜਿਹੇ ਦਿਨਾਂ ਦੇ ਵਿੱਚ ਮੈਨੂੰ ਯਕੀਨ ਆ ਟੈਸਟਮਨੀ ਦੇ ਨਾਲ ਆਊਗੀ, ਕਿਉਂਕਿ ਜਿਹੜੀ ਚੀਜ਼ਾਂ ਦੇ ਵਿੱਚ ਮੈਂ ਲੰਘ ਰਹੀ ਹਾਂ ਨਾ, ਟੈਸਟਿੰਗ ਹੀ ਚੱਲਦੀ ਹੈ ਸਾਡੇ ਨਾਲ। ਜਿੱਦੇ ਦੁੱਖ ਆਉਂਦੇ ਨੇ ਪਰਮੇਸ਼ਵਰ ਪਰ ਸਾਡੇ ਨਾਲ ਹੈ। ਜੇ ਅਸੀਂ ਇਹ ਜਿਹੜੀ ਟੈਸਟਿੰਗ ਵਿੱਚੋਂ ਨਿਕਲ ਰਹੇ ਹਾਂ ਕਿ ਜੇ ਉਹਦੇ ਆਤਮਾ ਨਾਲ ਨਾ ਹੁੰਦਾ, ਜੇ ਮੈਂ ਨੋਰਮਲ ਹੁੰਦੀ, ਜਿਵੇਂ ਨੋਰਮਲ